ਉਹ ਜਰਾ ਇੱਕ ਮੀਂਹ ਤੇਜ਼ ਦੀ ਤੇ ਜਰਾ 80 ਸਾਲ ਪਤਾ ਪਿਛਾ ਜਰਾ ਗਿਰਿਆ ਜਰਾ ਦੀ ਡੈਥ ਹੋ ਗਈ। ਬਤਾਓ ਬਸ ਇੱਥੇ ਜਿਹੜਾ ਮਰ ਰਿਹਾ ਬੇਕਸੂਰ ਪੰਜਾਬ ਦੇ ਆਪਣੇ ਕਿਸਾਨ ਭਰਾ ਨੇ। ਅਸੀਂ ਚਾਹੁੰਦੇ ਅਸੀਂ ਖੁਦ ਕਿਸਾਨ ਨਹੀਂ ਹੈਗੇ ਪਰ ਮੈਂ ਕਿਸਾਨ ਦੇ ਨਾਲ ਖੜਿਆ। ਜਿਹੜਾ ਹੈਗਾ ਪ੍ਰੋਟੈਸਟ ਕਰਨ ਦਾ ਹਰ ਇੱਕ ਨੂੰ ਅਧਿਕਾਰ ਹੈਗਾ। ਜਿਹੜੇ ਕਾਨੂੰਨ ਬਣਾਏ ਨੇ ਸਰਕਾਰ ਨੇ ਬਹੁਤ ਹੀ ਗਲਤ ਬਣਾਏ ਨੇ। ਵੀ ਆਰ ਇੰਡੀਅਨਸ ਐਂਡ ਇਹ ਵੀ ਸਾਡਾ ਰਾਈਟ ਹੈ ਕਿ ਅਸੀਂ ਪ੍ਰੋਟੈਸਟ ਕਰੀਏ। ਜੇ ਸਾਡੇ ਤੇ ਕਿਸੇ ਤਰੀਕੇ ਦੇ ਨਾਲ ਕੋਈ ਜਿਵੇਂ ਕਹਿ ਲਓ ਆਪਾਂ ਜ਼ਬਰਦਸਤੀ ਕੋਈ ਲਾਅ ਸਾਡੇ ਤੇ ਇੰਪੋਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਜਿਹੜਾ ਆਪਣੇ ਧਰਤੀ ਦਾ ਆਪਣੀ ਮਿੱਟੀ ਦਾ ਨਹੀਂ ਹੋ ਸਕਿਆ ਨਾ ਜੀ। ਜਿਹੜਾ ਉਹ ਖੁਦ ਕਿਸਾਨ ਹੈ, ਕਿਸਾਨ ਦੀ ਜਿਹੜੀ ਦਰਦ ਨਹੀਂ ਸਮਝ ਸਕਦਾ ਜੀ। ਮਤਲਬ ਉਹ ਇਹ ਗੱਲਾਂ ਗਲਤ ਨੇ। ਸਤਿ ਸ਼੍ਰੀ ਅਕਾਲ ਦੋਸਤੋ, मैं ਕਰਨ ਹਾਂਡਾ ਲੈ ਕੇ ਹਨੀ ਵਾਲੀਆ ਸ਼ੋਜ਼ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਜੀ। ਦੋਸਤੋ ਜਿੱਦਾਂ ਕਿ ਆਪਾਂ ਜਾਣਦੇ ਹਾਂ ਕਿ ਕਿਸਾਨੀ ਸੰਘਰਸ਼ ਲਗਾਤਾਰ ਲੰਬਾ ਹੁੰਦਾ ਜਾ ਰਿਹਾ। ਸਰਕਾਰ ਨਾਲ ਗੱਲਬਾਤ ਅਤੇ ਮੀਟਿੰਗਾਂ ਹੋਣ ਦੇ ਬਾਵਜੂਦ ਇਸ ਮਸਲੇ ਦਾ ਕੋਈ ਹੱਲ, ਕੋਈ ਨਿਚੋੜ ਨਿਕਲਦਾ ਨਜ਼ਰ ਨਹੀਂ ਆ ਰਿਹਾ। ਪਿਛਲੇ ਦਿਨਾਂ ਦੇ ਵਿੱਚ ਕਈ ਮੰਦਭਾਗੀਆਂ ਘਟਨਾਵਾਂ ਜਿਵੇਂ ਕਿ ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਗਿਆ ਕਿਸਾਨਾਂ ਉੱਤੇ, ਕਿਤੇ ਆਸੂ ਗੈਸ ਦੇ ਗੋਲੇ ਜਿਹੜੇ ਕਿਸਾਨਾਂ ਉੱਤੇ ਸਿੱਟੇ ਗਏ, ਇੱਦਾਂ ਦੀਆਂ ਘਟਨਾਵਾਂ ਹੋਈਆਂ। ਆਪਾਂ ਅੱਜ ਮੌਜੂਦ ਆ ਮੋਹਾਲੀ ਚੰਡੀਗੜ੍ਹ ਦੇ ਲੋਕਾਂ ਨਾਲ ਗੱਲ ਕਰਨ ਵਾਸਤੇ। ਉਹਨਾਂ ਤੋਂ ਜਾਣਾਂਗੇ ਉਹਨਾਂ ਦੇ ਵਿਚਾਰ ਇਹਨਾਂ ਘਟਨਾਵਾਂ ਦੇ ਬਾਰੇ ਤੇ ਇਸ ਸੰਘਰਸ਼ ਬਾਰੇ ਉਹ ਕੀ ਸੋਚ ਰੱਖਦੇ ਨੇ। ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੀ ਸ਼ੁਰੂਆਤ, ਚੱਲਦੇ ਹਾਂ ਲੋਕਾਂ ਵੱਲ। ਸਤਿ ਸ਼੍ਰੀ ਅਕਾਲ ਭਾਜੀ, ਕੀ ਨਾਮ ਜੀ ਤੁਹਾਡਾ? ਮੈਂ ਰੁਪਿੰਦਰ ਸਿੰਘ ਜੀ। ਕਿਹੜੇ ਪਿੰਡੋਂ ਆਏ ਜੀ? ਮੈਂ ਪਿੰਡ ਮੇਰਾ ਹੈਗਾ ਫਤਿਹਗੜ੍ਹ ਸਾਹਿਬ ਦੇ ਕੋਲ, ਸਰਹੰਦ ਤੋਂ ਆ। ਤੁਸੀਂ ਕੀ ਨਾਮ ਤੁਹਾਡਾ ਜੀ? ਤੁਸੀਂ ਕਿਹੜੇ ਪਿੰਡੋਂ ਆਏ? ਵੀਰ ਜੀ ਮੇਰਾ ਨਾਮ ਹੈ ਅਮਨਦੀਪ ਸ਼ਰਮਾ, ਮੈਂ ਮੋਹਾਲੀ ਦਾ ਲੋਕਲ ਹੀ ਇੱਥੇ ਟ੍ਰੀਟਮੈਂਟ ਕੁੰਬੜਾ ਜੀ ਮੇਰਾ। ਹਾਂਜੀ, ਜਿੱਦਾਂ ਕਿ ਆਪਾਂ ਜਾਣਦੇ ਹਾਂ ਕਿਸਾਨੀ ਸੰਘਰਸ਼ ਲਗਾਤਾਰ ਲੰਬਾ ਹੁੰਦਾ ਜਾ ਰਿਹਾ। ਸਰਕਾਰ ਨਾਲ ਗੱਲਬਾਤ ਹੋਣ ਦੇ ਬਾਵਜੂਦ ਸਿੱਟਾ ਨਹੀਂ ਨਿਕਲ ਰਿਹਾ ਕੋਈ। ਲੇਟੈਸਟ ਜਿਹੜੀ ਘਟਨਾ ਆ ਕਿ ਪੰਜਾਬ ਪੁਲਿਸ ਨੇ ਲਾਠੀਚਾਰਜ ਕੀਤਾ, ਕੈਪਟਨ ਸਰਕਾਰ ਦਾ ਕੀ ਸਟੈਂਡ ਮੰਨਦੇ ਹੋ ਤੁਸੀਂ ਕਿ ਬੀਜੇਪੀ ਤੇ ਕਾਂਗਰਸ, ਕੈਪਟਨ ਤੇ ਮੋਦੀ ਇੱਕ? ਵੈਸੇ ਜੀ ਕੋਈ ਸ਼ੱਕ ਨਹੀਂ ਹੈ ਜੀ। ਪਤਾ ਕਿ ਜੇ ਪੋਲੀਟੀਸ਼ੀਅਨ ਚੀਜ਼ਾਂ ਲਈਏ ਆਪਾਂ ਤੇ ਪੋਲੀਟੀਸ਼ੀਅਨ ਨੇ ਕਿਸੇ ਦੀ ਨਹੀਂ ਹੋਈ। ਬਸ ਇੱਥੇ ਜਿਹੜਾ ਮਰ ਰਿਹਾ ਬੇਕਸੂਰ ਪੰਜਾਬ ਦੇ ਆਪਣੇ ਕਿਸਾਨ ਭਰਾ ਨੇ। ਜਿਹੜਾ ਮੁੱਦਾ ਹੈ ਬਸ ਇੱਕ ਲੜਵਾ ਰਹੇ ਨੇ ਕਿ ਉਹਨਾਂ ਨੂੰ ਲੱਗਦਾ ਕਿ ਮਜ਼ਾਕ ਕਿਸਾਨ ਕੋਈ ਅਖਤਰਵਾਦੀ ਸਾਬਿਤ ਕੀਤਾ ਜਾ ਰਿਹਾ ਚੀਜ਼ਾਂ ਦਾ, ਉਹ ਚੀਜ਼ਾਂ ਨਹੀਂ ਹੈਗੀਆਂ ਨੇ। ਇਹ ਕੈਪਟਨ ਸਰਕਾਰ ਚਾਹੇ ਤਾਂ ਬਹੁਤ ਕੁਝ ਰੋਕ ਸਕਦੀ। ਜਿਹੜਾ ਧੱਕਾਸ਼ਾਹੀ ਲੋਕਾਂ ਨਾਲ ਕੀਤਾ ਜਿਹੜੇ ਪੰਜਾਬ ਜਿਹੜੇ ਵਿਚਾਰੇ ਬੇਕਸੂਰ ਕੁੱਟ ਖਾਧੀ ਹੈ, ਡੰਡਾ ਚਾਰਜ ਕੀਤਾ, ਇਹ ਬਹੁਤ ਗਲਤ ਕੀਤਾ ਪੰਜਾਬ ਪੁਲਿਸ ਨੇ। ਪੰਜਾਬ ਪੁਲਿਸ ਦਾ ਇਹ ਕੰਮ ਨਹੀਂ ਹੈਗਾ, ਕਿਰਾਇਆ ਮੋਦੀ ਦਾ ਕੰਮ ਹੈਗਾ ਸਾਰਾ। ਕੈਪਟਨ ਸਰਕਾਰ ਮਨਿੰਦਰ ਵੀ ਇਸ ਚੀਜ਼ 'ਚ ਸ਼ਾਮਿਲ ਹੈ ਜੀ। ਉਹਦੇ ਬਿਨਫਿਸ਼ਨ ਤੋਂ ਡੰਡਾ ਨਹੀਂ ਚੱਲ ਸਕਦਾ, ਕੁਝ ਵੀ ਹੋ ਜਾਏ। ਸਿਰਫ ਪੋਲੀਟੀਸ਼ੀਅਨ ਦੀ ਹੀ ਗੇਮ ਹੈ। ਪੋਲੀਟੀਸ਼ੀਅਨ ਕਦੀ ਕਿਸੇ ਦੀ ਮਿੱਤ ਨਹੀਂ ਹੋ ਸਕੀ। ਇਹ ਵਿਚਾਰੇ ਕਿਸਾਨ ਜਿਹੜੇ ਦਿੱਲੀ ਵਿਚਾਰੇ ਮਰ ਰਹੇ ਨੇ ਠੰਡ 'ਚ। ਇੱਕ ਵੀ ਤੁਸੀਂ ਦੇਖੀ ਹੋਣੀ ਵੀਡੀਓ ਸ਼ਾਇਦ ਹਾਲੇ ਵਾਇਰਲ ਹੋਈ ਸੀ, ਉਹ ਮੀਂਹ ਕਰਕੇ ਕਾਫੀ ਤੂਫਾਨ ਆਇਆ ਜਰਾ। ਪਰ ਕਈ ਲੋਕ ਤਾਂ ਕਹਿ ਰਹੇ ਨੇ ਵੀ ਇਹ ਪਿਕਨਿਕ ਤੇ ਆਏ ਹੋਏ ਨੇ। ਨਹੀਂ, ਇਹ ਸਭ ਬਕਵਾਸ ਹੈ, ਫੇਕ ਗੱਲਾਂ ਮਾਰ ਰਹੇ ਨੇ ਜੀ। ਜੇ ਉਹਨਾਂ ਨੂੰ ਪਤਾ ਜਿਹੜੇ ਉੱਥੇ ਬੈਠੇ ਮੌਕੇ ਤੇ ਉਹਨਾਂ ਨੂੰ ਪੁੱਛੋ ਕਿ ਕੀ ਹਾਲ ਉਹਨਾਂ ਦੇ। ਸਾਨੂੰ ਪਤਾ ਸੀ, ਜਾ ਕੇ ਆਏ, ਅਸੀਂ ਖੁਦ ਦੇਖਿਆ। ਅਸੀਂ ਕਿਉਂ ਕੀ ਝੂਠ ਬੋਲੀ ਜੀ। ਕਿਸਾਨ ਜਿਹੜੇ ਅਸਲੀ ਪੁੱਤ ਕਿਸਾਨ ਦੇ ਉੱਥੇ ਬੈਠੇ ਨੇ ਸਾਰੇ, ਇੱਥੇ ਜੱਟ ਬੈਠੇ ਸਾਰੇ ਉੱਥੇ ਬੈਠੇ ਨੇ। ਵਿਚਾਰਾ ਇੱਕ ਬਜ਼ੁਰਗ ਬੰਦਾ ਮੀਂਹ ਪੈ ਰਿਹਾ ਸੀ ਕਾਫੀ ਤੋਂ। ਮੋਦੀ ਨੂੰ ਉਹ ਚੀਜ਼ ਨਹੀਂ ਦਿਖ ਰਹੀ, ਜਿਹੜੇ ਉੱਥੇ ਬਜ਼ੁਰਗ ਬੈਠੇ ਸਾਰੇ ਆਤੰਕਵਾਦੀ ਦਿਖਦੇ। ਤੈਨੂੰ ਪਹਿਲਾਂ ਪੁੱਛੋ ਬੰਦੇ ਨੂੰ। ਉਹ ਜਰਾ ਇੱਕ ਮੀਂਹ ਤੇਜ਼ ਦੀ ਤੇ ਜਰਾ 80 ਸਾਲ ਪਤਾ ਪਿਛਾ ਜਰਾ ਗਿਰਿਆ ਜਰਾ ਦੀ ਡੈਥ ਹੋ ਗਈ। ਬਤਾਓ ਕਈ ਪੰਜਾਬ ਪੁਲਿਸ ਦੇ ਨੌਜਵਾਨਾਂ ਤੋਂ ਜਦੋਂ ਸਵਾਲ ਕੀਤਾ ਕਿ ਉਹ ਕਹਿੰਦੇ ਸਾਡੀ ਨੌਕਰੀ ਦਾ ਸਵਾਲ ਹੈ। ਕੀ ਇਹ ਲੋਕਾਂ ਨੂੰ ਪੈਸਾ ਜਾਂ ਨੌਕਰੀ ਪਿਆਰੀ ਹੋ ਗਈ? ਆਪਦੇ ਜਿਹੜੇ ਮਾਂ ਬਾਪ ਦੇ ਸਮਾਨ ਉਹਨਾਂ ਉੱਤੇ ਲਾਠੀ ਚਾਰਜ ਕਰਦੇ ਇਹਨਾਂ ਨੂੰ ਸ਼ਰਮ ਨਹੀਂ ਆਈ? ਜਾਂ ਤੁਸੀਂ ਇਸ ਤੇ ਕੀ ਵਿਚਾਰ ਰੱਖਦੇ ਹੋ? ਵੀਰ ਜੀ ਇਹਨਾਂ ਦੇ ਇਹ ਰੱਖਿਆ ਜਾਂਦਾ। ਦੇਖੋ ਪਹਿਲਾਂ ਦੇ ਕਹਿਣ ਨੂੰ ਕਿ ਆਪਣੇ ਪਿਓ ਦੇ ਬਣਨਾ ਚਾਹੀਦਾ। ਜੱਟ ਤੁਸੀਂ ਪੁੱਤ, ਕਿਸਾਨ ਦੇ ਪੁੱਤ ਤੋਂ ਪੈਦਾ ਹੋਏ ਤੁਸੀਂ। ਜਿਹੜੇ ਪਿਓ ਨੇ ਤੈਨੂੰ ਪੂਰੇ ਇੰਨੇ ਸਾਲ ਰੋਟੀ ਖਿਲਾਈ ਹੈ, ਬੜਾ ਪੈਦਾ ਕੀਤਾ ਤੈਨੂੰ, ਪਹਿਲਾਂ ਤਾਂ ਉਹਨਾਂ ਦੇਖਣਾ ਚਾਹੀਦਾ। ਇਹਨਾਂ ਨੂੰ ਇਹ ਜ਼ਰੂਰੀ ਹੋਊਗੀ ਕਿ ਸਾਡੀ ਪੰਜਾਬ ਪੁਲਿਸ 'ਚ ਭਰਤੀ ਹੋ ਗਏ ਤੇ ਇਹ ਚੀਜ਼ਾਂ ਨੂੰ ਭੁੱਲ ਜਾਂਦੇ ਕਿ ਆਪਣੇ ਜਾਤ ਪਾਤ ਨੂੰ ਲੈ ਕੇ ਕਹਿੰਦੇ ਕਿ ਹਾਂ ਅੱਗੇ ਪਿਓ ਖੜਿਆ, ਬਜ਼ੁਰਗ ਖੜਿਆ, ਉਹ ਨਹੀਂ ਚੀਜ਼ ਦਿਖਦੀ ਇਹਨਾਂ ਨੂੰ। ਸਿਰਫ ਇਹਨਾਂ ਨੂੰ ਇਹ ਦਿਖਦੀ ਕਿ ਅਸੀਂ ਪੰਜਾਬ ਪੁਲਿਸ 'ਚ ਭਰਤੀ ਹੋ ਗਏ, ਸਾਡੀ ਛਾਤੀ ਚੌੜੀ ਹੋ ਗਈ। ਇਹ ਇਹਨਾਂ ਨੂੰ ਸੋਚਣਾ ਨਹੀਂ ਕਿ ਆਮ ਬੰਦਾ ਸਾਡੇ ਲਈ। ਇਹਨੂੰ ਉਹ ਵੀ ਪਤਾ ਨਹੀਂ ਤੂੰ ਵੀ ਉਸੇ ਚੀਜ਼ ਤੋਂ ਲੰਘਿਆ, ਤੇਰਾ ਪਿਓ ਵੀ ਉਸੇ ਚੀਜ਼ ਤੋਂ ਲੰਘਿਆ ਵਾ, ਤੂੰ ਵੀ, ਤੇਰੇ ਘਰ ਦੇ ਵੀ ਲੰਘੇ ਨੇ। ਕਿਸੇ ਟਾਈਮ ਤੂੰ ਵੀ ਕਾਲਜ ਟਾਈਮ ਦਾ ਸਟੂਡੈਂਟ ਰਹਿ ਚੁੱਕਿਆ ਵਾ, ਤੇਰੇ ਤੇ ਵੀ ਕੁਛ ਬਾਤਾਂ ਬੀਤੀਆਂ ਹੋਈਆਂ, ਤੁਸੀਂ ਸਮਝ ਸਕਦੇ। ਪਰ ਇਹ ਪੰਜਾਬ ਪੁਲਿਸ ਜਿਹੜੀ ਹੈ ਜੀ, ਇਹਨਾਂ ਨੂੰ ਕੁਛ ਵੀ ਲੈਣਾ ਨਹੀਂ। ਇੱਕ ਵਾਰ ਬੰਦਾ ਜੇ ਪੁਲਿਸ ਭਰਤੀ 'ਚ ਲਾਈਨ 'ਚ ਹੋ ਜਾਂਦਾ ਬੰਦਾ, ਫਿਰ ਅੱਗੇ ਵਾਲੇ ਬੰਦੇ ਨੂੰ ਆਪਣੇ ਤੋਂ ਵੀ ਨੀਵੇਂ ਨੂੰ ਸਮਝਦਾ ਕਿ ਮੈਂ ਟੋਚਾਂ, ਬਸ ਉਹ ਟੋਚੀ ਸਮਝਦੇ। ਤਾਂ ਹੀ ਇਹਨਾਂ ਨੂੰ ਸ਼ਰਮ ਨਹੀਂ ਹੈ ਮਾੜੀ ਮੋਟੀ ਜੀ। ਇਹਨਾਂ ਦਾ ਵੀ ਕਸੂਰ ਨਹੀਂ। ਇਹਨਾਂ ਦੇ ਉੱਪਰ ਜਿਹੜੇ ਅਫਸਰ ਬੜੇ ਬੈਠੇ ਨੇ, ਪੰਜਾਬ ਪੁਲਿਸ ਦੇ ਮੰਤਰੀ ਬੈਠੇ, ਇਹ ਉਹਨਾਂ ਦੇ ਅੱਗੇ ਮੁਜਰਮ ਨੇ। ਇਹਦੇ ਵੀ ਕੀ ਕਰ ਸਕਦੇ ਨੇ ਵਿਚਾਰੇ। ਇਹਨਾਂ ਨੂੰ ਪਰ ਹੱਥ 'ਚ ਡਾਂਗ ਤਾਂ ਇਹਨਾਂ ਦੇ ਹੈ ਨਾ, ਉੱਤੇ ਅਫਸਰ ਬੈਠੇ ਆ, ਤਾਂ ਕੀ ਉਹ ਡਾਂਗ ਰੋਕੀ ਜਾ ਸਕਦੀ ਹੈ? ਬਿਲਕੁਲ ਰੋਕੀ ਜਾ ਸਕਦੀ ਹੈ ਜੀ। ਸਰਕਾਰ ਚਾਹੇ ਸਭ ਕੁਝ ਕਰ ਸਕਦੀ ਹੈ ਜੀ, ਤੇ ਅਫਸਰ ਵੀ ਕੁਝ ਕਰ ਸਕਦੇ ਨੇ। ਪਰ ਅਫਸਰ ਚਾਹੁਣ ਨਾਲ ਵੀ ਜਿਹੜੇ ਮਨਿੰਦਰ ਲੈ ਲਓ, ਹੋਰ ਵੀ ਜਿਹੜੇ ਇੱਥੇ ਸਰਕਾਰ ਨੇ, ਕੈਪਟਨ ਨੇ ਜੀ, ਬਹੁਤ ਮੰਤਰੀ ਕਹਿੰਦੇ ਨਾਮ ਲਈ ਜੀ, ਇਹ ਚਾਹੇ ਤਾਂ ਬਹੁਤ ਕੁਝ ਪੰਜਾਬ ਦਾ ਸੁਧਾਰ ਕਰ ਸਕਦੇ ਨੇ ਤੇ ਚਾਹੇ ਕਿਸਾਨਾਂ ਦੇ ਮੁੱਦੇ 'ਚ ਵੀ ਸਾਥ ਦੇ ਸਕਦੇ ਨੇ ਜਾ ਕੇ। ਲੱਖਾ ਸਿਧਾਣਾ, ਦੀਪ ਸਿੱਧੂ, ਇਹਨਾਂ ਨੂੰ ਜਿਹੜਾ ਸੰਗਠਨ ਹੈ ਕਿਸਾਨੀ ਯੂਨੀਅਨ ਦੀ ਸਟੇਜ ਤੋਂ ਜਿਹੜਾ ਬੋਲਣ ਤੋਂ ਮਨਾਹੀ ਕੀਤੀ ਗਈ ਹੈ। ਕਈ ਲੋਕ ਕਹਿ ਰਹੇ ਨੇ ਕਿ ਇਹ ਸੰਘਰਸ਼ ਨੂੰ ਗਲਤ ਦਿਸ਼ਾ ਵੱਲ ਲੈ ਕੇ ਜਾ ਰਹੇ ਨੇ, ਬਿਆਨਬਾਜ਼ੀ ਤੱਤੀ ਕਰਦੇ ਨੇ, ਗਲਤ ਕਰਦੇ ਨੇ, ਭੜਕਾਉਂਦੇ ਨੇ। ਉੱਧਰੋਂ ਹੀ ਦੂਜੇ ਪਾਸੋਂ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਅਕਾਲੀਆਂ ਦੇ ਖਿਲਾਫ ਬੋਲਿਆ ਲੱਖਾ, ਤਾਂ ਕਰਕੇ ਜਿਹੜੇ ਕਿਸਾਨ ਯੂਨੀਅਨ ਦੇ ਵਿੱਚ ਅਕਾਲੀ ਜਿਹੜੇ ਨੇ ਲੋਕ ਨੇ ਉਹ ਇਹਨੂੰ ਉੱਥੋਂ ਪਾਸੇ ਕਰ ਰਹੇ ਨੇ। ਕੀ ਵਿਚਾਰ? ਵੀਰ ਜੀ ਇਹ ਜਿਹੜੀ ਚੀਜ਼ਾਂ ਨੇ ਉੱਥੇ ਜਿਹੜੀ ਦਿੱਲੀ ਬੈਠੀ ਹੈ, ਮੈਂ ਇੰਨਾ ਜਾਣਦਾ। ਅਸੀਂ ਪਹਿਲੇ ਹੀ ਮੀਟਿੰਗ 'ਚ ਇੱਕ ਗੱਲ ਹੋਈ ਸੀ ਸਾਡੀ ਪਹਿਲਾਂ ਵੀ ਇਸ ਮਾਮਲੇ ਬੇਸਿਕ ਤੇ ਕਿ ਅਸੀਂ ਇੱਕ ਕਿਸਾਨ ਆ।
ਨਾ ਪੋਲੀਟੀਸ਼ੀਅਨ ਨਾ ਰਾਜਨੀਤੀ ਕੁਝ ਵੀ ਨਹੀਂ ਚਾਹੀਦੀ। ਸਿਰਫ ਉੱਥੇ ਜੋ ਮੁਰਦਾ ਹੈ ਸਿਰਫ ਕਿਸਾਨ ਦਾ ਮੁਰਦਾ ਹੈ, ਹੋਰ ਕਿਸੇ ਚੀਜ਼ ਦਾ ਨਹੀਂ। ਜਿਹੜੇ ਉੱਥੇ ਗੱਲਾਂ ਬਣਾ ਰਹੇ ਵਿੱਚ ਲੋਕ ਕੁਝ ਮੋਦੀ ਦੇ ਬੰਦੇ ਵੀ ਹੈਗੇ ਨੇ ਵਿੱਚ, ਜਿਹੜੇ ਵਾਅਦਾ ਵਧਾ ਰਹੇ ਆ ਸਰਕਾਰ ਦੇ ਮੰਤਰੀ ਦੇ ਲੋਕ ਵੀ ਰਲ ਕੇ ਹੀ ਚੱਲਦਾ ਪਿਆ ਕੰਮ ਉੱਥੇ ਵਿੱਚ। ਬੰਦਾ ਮਤਲਬ ਤੁਸੀਂ ਲੈ ਲਓ ਜੀ ਆਪਣੇ ਤੇ ਆਪਾਂ ਲੈ ਲਈ ਇੱਕ ਦੂਜੇ ਨਾਲ, ਆਪਾਂ ਕਹੋਗੇ ਮੈਂ ਅਕਾਲੀ ਦਾ ਵਾਂ, ਤੁਸੀਂ ਕਹਿ ਦੋ ਮੈਂ ਉਹਦਾ ਕਾਂਗਰਸੀ ਹੈ। ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਉੱਥੇ। ਕੀ ਤੁਸੀਂ ਲੱਖੇ ਸਿਧਾਣੇ ਨੂੰ ਸਪੋਰਟ ਕਰਦੇ ਹੋ? ਉਹਨੂੰ ਬੋਲਣ ਦੇਣਾ ਚਾਹੀਦਾ ਉੱਥੋਂ ਕਿਸਾਨਾਂ ਦੀ ਸਟੇਜ ਤੋਂ? ਬੋਲਣ ਦੇਣਾ ਜਿਹਦੇ ਜੇ ਕਿਸਾਨ ਦੀ ਤਰਫ ਤੋਂ ਬੋਲੇਗਾ ਤਾਂ, ਉੱਦਾਂ ਨਹੀਂ। ਕਿਸਾਨ ਦੇ ਹੱਕ 'ਚ ਬੋਲੇਗਾ ਤਾਂ ਬਿਲਕੁਲ ਐਗਰੀ ਆ। ਕਿਸਾਨ ਕੱਢ ਕੇ ਕਿਸਾਨ ਦੇ ਨਾਲ ਆਇਆ ਤਾਂ ਵਾ, ਤੇ ਕਿਤੇ ਪੋਲੀਟੀਸ਼ੀਅਨ ਦੀ ਗੱਲ ਕਰਦਾ ਫਿਰ ਮੈਂ ਕਹਿੰਦਾ ਸਾਫ਼ ਮਨਾ ਜੀ। ਰਾਜਨੀਤੀ ਵਾਸਤੇ ਬਿਲਕੁਲ ਵੀ ਉੱਥੇ ਕੋਈ ਵੀ ਗੱਲ ਨਹੀਂ ਚੱਲਣੀ ਚਾਹੀਦੀ। ਮੁੱਦਾ ਸਿਰਫ ਕਿਸਾਨ ਦਾ ਹੈ ਤੇ ਕਿਸਾਨ ਦਾ ਹੀ ਰਹਿਣਾ ਚਾਹੀਦਾ। ਅਸੀਂ ਚਾਹੁੰਦੇ ਅਸੀਂ ਖੁਦ ਕਿਸਾਨ ਨਹੀਂ ਹੈਗੇ, ਪਰ ਮੈਂ ਕਿਸਾਨ ਦੇ ਨਾਲ ਖੜਿਆ। ਮੈਂ ਬਾਹਮਣ ਕਾਸਟ ਤੋਂ ਜੀ, ਪਰ ਆਪਾਂ ਕਦੀ ਕਿਸਾਨੀ ਕੀਤੀ ਨਹੀਂ। ਪਰ ਆਪਾਂ ਯਾਰਾਂ ਆ ਭਰਾ ਮੇਰਾ ਖੇਤੀਬਾੜੀ ਕੀਤੀ, ਮੈਂ ਇਹਨਾਂ ਨਾਲ ਕੀਤੀ ਹੈ, ਅਸੀਂ ਰਲ ਕੇ ਕੀਤੀ ਹੈ। ਸਾਨੂੰ ਪਤਾ ਕਿ ਚਾਰੇ ਸਵੇਰੇ 4 ਵਜੇ ਉੱਠਣਾ ਭਾਜੀ, ਮਜ਼ਾਕ ਨਹੀਂ। ਠੰਡ 'ਚ ਖੇਤਾਂ 'ਚ ਕੰਮ ਕਰਨਾ ਬਹੁਤ ਮੁਸ਼ਕਿਲ ਆ। ਅੱਜ ਦੇ ਨੌਜਵਾਨ ਲੈ ਲਈਏ, ਜੱਟ ਦੇ ਨੌਜਵਾਨ ਲੈ ਲਈਏ, ਅੱਜ ਇਹਨਾਂ ਨੂੰ ਅਗਲ ਆਏਗੀ ਸਾਡੀ ਜ਼ਮੀਨਾਂ ਤੇ ਮਾਤ ਕਿਸੇ ਤੇ ਪੈਰ ਰੱਖਿਆ ਵਾ। ਅੱਜ ਤਾਂ ਆਪਣੀ ਹੱਕ ਲਈ ਲੜ ਰਹੇ ਨਾ, ਸਾਨੂੰ ਖੁਸ਼ੀ ਹੈ ਕਿ ਇਹ ਚਲੋ ਮੋਦੀ ਦਾ ਇੰਨਾ ਵੀ ਧੰਨਵਾਦ ਕਰਦੇ। ਸਾਨੂੰ ਅੱਜ ਪਤਾ ਲੱਗੇ ਸਾਡੇ ਯੂਥ ਕਿੰਨਾ ਤਗੜਾ ਵਾ ਸਰਦਾਰਾਂ ਦਾ। ਬਾਈ ਸਰਦਾਰ ਇੱਕ ਇਹੋ ਜਿਹੀ ਯੂਥ ਆ ਜੀ, ਜਿੱਥੇ ਮਰਜ਼ੀ ਖੜਾ ਕਰ ਲਿਆ 1000 ਬੰਦੇ 'ਚ, ਪਿੱਛੇ ਕਦੀ ਹਟੀ। ਇਹ ਇਹਨਾਂ ਦੇ ਗੁਰਦੁਆਰਾ ਮਹਾਨ ਕਰਕੇ ਲੰਗਰ ਚੱਲਦਾ ਤੇ ਲੋਕ ਦਾ ਢਿੱਡ ਭਰਦਾ। ਇਹ ਮੋਦੀ ਨੂੰ ਇੰਨੀ ਸ਼ਰਮ ਨਹੀਂ ਹੈਗੀ ਕਿ ਇੱਕ ਵਾਰ ਆ ਕੇ ਦੇਖ ਤੈਨੂੰ ਪਤਾ ਲੱਗੇ ਵੀ ਤੂੰ ਕੀ ਕਰ ਰਿਹਾ ਵਾ, ਤੂੰ ਕਿਹਨਾਂ ਨਾਲ ਕਰ ਰਿਹਾ ਮਾੜਾ। ਇਸ ਚੀਜ਼ ਦਾ ਇਹਨੂੰ ਪਤਾ ਨਹੀਂ ਆ ਰਿਹਾ ਸਮਝ ਜੀ। ਇਹ ਤਾਂ ਪੋਲੀਟੀਸ਼ੀਅਨ ਗੇਮ ਹੈ ਸਾਰੀ ਇਹ ਮੋਦੀ ਦੀ। ਤੁਸੀਂ ਕੀ ਵਿਚਾਰ ਰੱਖਦੇ ਹੋ ਲੱਖਾ ਸਿਧਾਣਾ, ਦੀਪ ਸਿੱਧੂ, ਕੀ ਉਹ ਕਿਸਾਨ ਯੂਨੀਅਨ ਦਾ ਜਿਹੜਾ ਸੰਘਰਸ਼ ਖਰਾਬ ਕਰ ਰਹੇ ਨੇ, ਉਹਨਾਂ ਨੂੰ ਸਟੇਜ ਤੋਂ ਬੋਲਣ ਦੇਣਾ ਚਾਹੀਦਾ ਕਿ ਨਹੀਂ ਬੋਲਣ ਦੇਣਾ? ਨਹੀਂ ਦੇਖੋ, ਲੱਖਾ ਸਿਧਾਣਾ, ਦੀਪ ਸਿੱਧੂ ਕਾਫੀ ਟਾਈਮ ਤੋਂ ਉਹ ਇਸ ਸੰਘਰਸ਼ ਲਈ ਆਪਣਾ ਅੱਗੇ ਦਿਖਾ ਰਹੇ ਨੇ ਇੰਟਰਸਟ, ਕਿ ਅੱਗੇ ਆ ਕੇ ਉਸ ਦੀ ਅਗਵਾਈ ਕਰ ਰਹੇ ਨੇ। ਵਧੀਆ ਗੱਲ ਹੈਗੀ ਹੈ ਕਿ ਬੰਦੇ ਚਾਹੀਦੇ ਨੇ ਇੱਦਾਂ ਦੀ ਅਗਵਾਈ ਵਾਲੇ। ਜਿੱਦਾਂ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਜਰਨੈਲ ਹੁੰਦੇ ਸੀ, ਅੱਗੇ ਵੱਧ ਕੇ ਆਪਣਾ ਜਿਹੜਾ ਹੈਗਾ ਜੱਥਾ ਲੈ ਕੇ ਜਾਣ ਵਾਲੇ ਚਾਹੀਦੇ ਨੇ ਬੰਦੇ ਇੱਦਾਂ ਦੇ ਵੀ। ਬਟ ਇਹ ਹੈ ਕਿ ਉੱਥੇ ਰਾਜਨੀਤਿਕ ਨਾ ਲੈ ਕੇ ਆਈ ਜਾਵੇ, ਕਿਉਂਕਿ ਇਹ ਹੈ ਕਿ ਉਹ ਕਿਸਾਨਾਂ ਦੇ ਲਈ ਜੋ ਲੜਿਆ ਜਾ ਰਿਹਾ ਹੈਗਾ ਆ ਆਪਣਾ ਅੰਦੋਲਨ, ਉਸ ਦੀ ਹੀ ਗੱਲ ਕੀਤੀ ਜਾਵੇ। ਉੱਥੇ ਰਾਜਨੀਤਿਕ ਨੂੰ ਲੈ ਕੇ ਜੋ ਗੱਲਾਂ ਬਾਤਾਂ ਹੋ ਰਹੀਆਂ ਨੇ, ਇਹ ਸਾਰੇ ਉਹਦੇ ਸਿੱਟੇ ਹੈਗੇ ਨੇ। ਬਾਕੀ ਕੋਈ ਮਾੜਾ ਨਹੀਂ ਹੈਗਾ। ਲੱਖਾ ਸਿਧਾਣਾ, ਦੀਪ ਸਿੱਧੂ ਨਹੀਂ ਹੋਗੇ, ਬਾਕੀ ਹੋਰ ਵੀ ਜਿਹੜੇ ਆਪਣੇ ਆਗੂ ਨੇ, ਸਾਰੇ ਵਧੀਆ ਉੱਥੇ ਆਪਣਾ ਸੰਘਰਸ਼ ਕਰ ਰਹੇ ਨੇ। ਬੋਲਣ ਦੇਣਾ ਚਾਹੀਦਾ ਆ। ਇਹ ਸਭ ਇਹਨਾਂ ਦਾ ਪਾਰਟੀਬਾਜੀ ਦਾ ਕੋਈ ਚੱਕਰ ਹੈਗਾ ਆ, ਅਦਰਵਾਈਜ਼ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਠੀਕ ਹੈ ਭਾਜੀ, ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਵਾਸਤੇ, ਧੰਨਵਾਦ। ਥੈਂਕ ਯੂ ਸਰ। ਓਕੇ, ਸਤਿ ਸ਼੍ਰੀ ਅਕਾਲ ਭਾਜੀ, ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਅਮਰਜੀਤ ਸਿੰਘ ਹੈ ਜੀ। ਕਿਹੜੇ ਪਿੰਡੋਂ ਆਏ? ਮੈਂ ਰੋਪੜ ਤੋਂ ਹਾਂ ਜੀ। ਹਾਂਜੀ, ਤੁਸੀਂ ਭਾਜੀ ਕਿਹੜੇ ਪਿੰਡੋਂ ਜੀ? ਮੈਂ ਦੇਵੀ ਨਗਰ ਤੋਂ ਜੀ। ਕੀ ਨਾਂ ਕੀ ਤੁਹਾਡਾ? ਸੰਦੀਪ ਜੀ। ਹਾਂਜੀ ਭਾਈ, ਤੁਹਾਡਾ? ਮੇਰਾ ਗੁਰਿੰਦਰਪਾਲ ਸਿੰਘ ਜੀ। ਹਾਂਜੀ, ਤੇ ਮੈਂ ਜੀਰਕਪੁਰ ਤੋਂ। ਹਾਂਜੀ ਭਾਜੀ, ਕਿਸਾਨੀ ਸੰਘਰਸ਼ ਜਿਹੜਾ ਹੈ ਲਗਾਤਾਰ ਲੰਬਾ ਹੁੰਦਾ ਜਾ ਰਿਹਾ, ਹੱਲ ਕੋਈ ਨਜ਼ਰ ਆ ਨਹੀਂ ਰਿਹਾ ਹਾਲੇ ਤੱਕ। ਪਿਛਲੇ ਦਿਨਾਂ ਦੇ ਵਿੱਚ ਜਿਹੜਾ ਪੰਜਾਬ ਪੁਲਿਸ ਨੇ ਲਾਠੀਚਾਰਜ ਕੀਤਾ, ਉਹੀ ਆਪਣੇ ਮਾਂ-ਬਾਪ ਵਰਗੇ ਜਿਹੜੇ ਕਿਸਾਨ, ਸਾਡੇ ਹੀ ਪਰਿਵਾਰਾਂ ਦੇ ਵਿੱਚੋਂ ਉੱਥੇ ਲੋਕ ਜਿਹੜੇ, ਉਹਨਾਂ ਤੇ ਲਾਠੀਚਾਰਜ ਕੀਤਾ ਗਿਆ। ਉਸ ਗੱਲ ਤੇ ਕੀ ਤੁਸੀਂ ਵਿਚਾਰ ਰੱਖਦੇ ਹੋ? ਸਰ ਅਸੀਂ ਤਾਂ ਇਹੀ ਕਹਿਣਾ ਚਾਹਾਂਗੇ, ਜੋ ਵੀ ਇਹਨਾਂ ਨੇ ਕੀਤਾ ਹੈ ਗਲਤ ਕੀਤਾ, ਕਿਉਂਕਿ ਜਿਹੜਾ ਹੈਗਾ ਪ੍ਰੋਟੈਸਟ ਕਰਨ ਦਾ ਹਰ ਇੱਕ ਨੂੰ ਅਧਿਕਾਰ ਹੈਗਾ। ਜਦੋਂ ਤੁਸੀਂ ਇਸ ਚੀਜ਼ ਨੂੰ ਆਪਾਂ ਪਹਿਲਾਂ ਦੇਖ ਲਈਏ, ਜੇ ਕਿਤੇ ਆਪੋਜੀਸ਼ਨ ਦੇ ਵਿੱਚ ਬੀਜੇਪੀ ਦੀ ਜਗ੍ਹਾ ਕਾਂਗਰਸ ਹੁੰਦੀ ਹੈ ਤਾਂ ਉਸ ਦੇ ਵਿਰੁੱਧ ਜੋ ਕਰਦੇ ਨੇ ਤਾਂ ਪਰਚਾ ਕਰਨ ਨੂੰ ਜਾਂਦੇ ਨੇ। ਪਰ ਜੇ ਅਸੀਂ ਆਪਣੇ ਵਿਊ ਨਹੀਂ ਦੱਸਾਂਗੇ ਸਰਕਾਰ ਨੂੰ ਕਿ ਤੁਸੀਂ ਕਿੱਥੇ ਗਲਤ ਹੋ ਕਿੱਥੇ ਨਹੀਂ ਹੋ, ਤਾਂ ਸਰਕਾਰ ਨੂੰ ਕਿੱਦਾਂ ਪਤਾ ਲੱਗੂਗਾ? ਕਿਉਂਕਿ ਜਿਹੜੀ ਅਸੀਂ ਪੰਜਾਬ 'ਚ ਆਪੋਜੀਸ਼ਨ ਦੇਖ ਰਹੇ ਹਾਂ, ਉਹਨਾਂ ਨੂੰ ਤਾਂ ਉਹਨਾਂ ਨੇ ਵੈਸੇ ਹੀ ਸਾਈਡ ਤੇ ਲਾਇਆ ਹੋਇਆ, ਕੋਈ ਐਡੀ ਗੱਲ ਨਹੀਂ ਕਰ ਰਹੀ। ਸੈਂਟਰ ਦੇ ਵਿੱਚ ਬੀਜੇਪੀ ਦੇ ਮੂਹਰੇ ਜਿਹੜੀ ਕਾਂਗਰਸ ਦੀ ਆਪੋਜੀਸ਼ਨ ਆ, ਉਹ ਕੋਈ ਐਡਾ ਦਾ ਜਵਾਬ ਨਹੀਂ ਦੇ ਰਹੀ, ਜਿੱਤੋਂ ਅਸੀਂ ਪਬਲਿਕ ਕਿਤੋਂ ਪੁੱਛ ਸਕਦੀ ਹੈ। ਅਸੀਂ ਆਪਣਾ ਵਿਊ ਇਹੀ ਦੱਸਾਂਗੇ, ਜਾਂ ਤਾਂ ਕਾਲੇ ਬਿੱਲੇ ਬੰਨ ਲੈਂਦੇ ਹਾਂ, ਜਾਂ ਫਿਰ ਅਸੀਂ ਕੋਈ ਪ੍ਰੋਟੈਸਟ ਕਰ ਸਕਦੇ ਹਾਂ, ਅਸੀਂ ਖੜ ਕੇ ਕਹਿ ਸਕਦੇ ਹਾਂ। ਪੰਜਾਬ ਸਰਕਾਰ ਯਾਨੀ ਕਿ ਜਿਹੜੀ ਹੁਣ ਕਾਂਗਰਸ ਸਰਕਾਰ ਹੈ, ਕੈਪਟਨ ਦੀ ਗੱਲ ਕਰੀਏ, ਬੀਜੇਪੀ ਦੇ ਵਿਰੋਧੀ ਨੇ, ਪਰ ਜਦੋਂ ਗੱਲ ਆਉਂਦੀ ਹੈ ਕਾਰਵਾਈ ਦੀ ਤਾਂ ਪਰਚੇ ਵੀ ਹੋ ਰਹੇ ਨੇ। ਜਿਨ੍ਹਾਂ ਨੇ ਜਿਹੜਾ ਜੀਓ ਦੇ ਟਾਵਰ ਨਾਲ ਕੋਈ ਹਰਕਤ ਕੀਤੀ ਲੋਕਾਂ ਤੇ, ਉਹਨਾਂ ਤੇ ਵੀ ਪਰਚੇ ਹੋ ਰਹੇ ਨੇ, ਫਿਰ ਲਾਠੀਚਾਰਜ ਕੀਤਾ ਜਾਂਦਾ ਹੈ। ਕੀ ਇਹ ਮਿਲੀ ਭਗਤ ਹੈ? ਫਿਰ ਕਾਂਗਰਸ ਬੀਜੇਪੀ 'ਚ ਫਰਕ ਤਾਂ ਨਹੀਂ ਰਹਿ ਗਿਆ ਕੋਈ? ਨਹੀਂ, ਇਹ ਤਾਂ ਨਹੀਂ ਆਪਾਂ ਕਹਿ ਸਕਦੇ। ਤਾਂ ਇਹ ਕਹਿ ਰਹੇ ਹਾਂ ਜੀ, ਜਿਹੜੇ ਇਹ ਕੀਤਾ ਇਹਨਾਂ ਨੇ ਲਾਠੀਚਾਰਜ, ਇਹ ਨਹੀਂ ਸੀ ਕਰਨਾ ਚਾਹੀਦਾ। ਕਿ ਲੋਕਾਂ ਨੂੰ ਬੋਲਣ ਦਾ ਹਰ ਇੱਕ ਨੂੰ ਅਧਿਕਾਰ ਹੈਗਾ। ਜੇ ਉਹਨਾਂ ਨੇ ਪ੍ਰੋਟੈਸਟ ਕੀਤਾ ਸੀ, ਉਹ ਬੋਲਦੇ ਸੀਗੇ, ਤਾਂ ਸਰਕਾਰ ਨੂੰ ਚਾਹੀਦਾ ਸੀਗਾ ਉਹਨਾਂ ਨੂੰ ਕਰਨ ਦਿੰਦੇ। ਉਹ ਇੱਕ ਬੰਦੇ ਦਾ ਵਿਰੋਧ ਕਰ ਰਹੇ ਨੇ, ਉਹ ਆਪਣੇ ਵੱਲੋਂ ਵਿਰੋਧ ਕਰ ਰਹੇ ਨੇ ਅਸ਼ਵਨੀ ਸ਼ਰਮਾ ਦਾ, ਠੀਕ ਹੈ, ਉਹਨੂੰ ਨਹੀਂ ਬੋਲਣਾ ਚਾਹੀਦਾ। ਪੰਜਾਬ 'ਚ ਰਹਿ ਕੇ, ਪੰਜਾਬ ਦੀਆਂ ਰੋਟੀਆਂ ਖਾ ਕੇ ਤੁਸੀਂ ਪੰਜਾਬ ਦੇ ਹੀ ਵਿਰੁੱਧ ਬੋਲਦੇ ਹੋ, ਠੀਕ ਹੈ। ਜਿਹੜੇ ਕਾਨੂੰਨ ਬਣਾਏ ਨੇ ਸਰਕਾਰ ਨੇ, ਬਹੁਤ ਹੀ ਗਲਤ ਬਣਾਏ ਨੇ, ਕਿਉਂਕਿ ਇਹ ਸਿਰਫ ਔਰ ਸਿਰਫ ਜਿਹੜੇ ਆਪਣੇ ਕਾਰਪੋਰੇਟਰ ਘਰਾਣਿਆਂ ਵਾਸਤੇ ਬਣਾਏ ਨੇ, ਨਾ ਕਿ ਆਮ ਬੰਦੇ ਵਾਸਤੇ। ਕਿਉਂਕਿ ਇਹ
ਕਾਨੂੰਨ ਜਿਹੜੇ ਬਣਾਏ ਨੇ ਇੰਨੇ ਜੋੜ ਕੇ ਆਪਸ 'ਚ ਬਣਾਏ ਨੇ ਇਹਨਾਂ ਨੇ ਕਿ ਇੱਕ ਤੇ ਕਾਨੂੰਨ ਦੇ ਨਾਲ ਹੀ ਦੂਜਾ ਕਾਨੂੰਨ ਚੱਲੂਗਾ। ਠੀਕ ਹੈ ਜੀ, ਟ੍ਰੇਡ ਐਂਡ ਕਮਰਸ ਦੇ ਵਿੱਚ ਬਣਾਏ ਨੇ। ਜੇ ਤੁਸੀਂ ਮੰਨ ਲਓ ਵੱਡੀਆਂ ਵੱਡੀਆਂ ਕੰਪਨੀਆਂ ਆ ਕੇ ਖੇਤਾਂ ਤੋਂ ਬਿਜ਼ਨਸ ਖੇਤੀ ਕਰਾਉਂਦੀਆਂ ਨੇ ਕਿਸਾਨਾਂ ਤੋਂ, ਤੇ ਉਹ ਖੇਤੀ ਕਰਾਉਣ ਦੇ ਨਾਲ ਹੀ ਉਹਨੂੰ ਆਮ ਛੋਟੇ ਕਿਸਾਨ ਤਾਂ ਨਹੀਂ ਮੈਨੂੰ ਲੱਗਦਾ ਕੋਈ ਟਰਾਲੀ ਦੇ ਚੱਕ ਕੇ ਲੈ ਕੇ ਜਾਊਗਾ ਕਿ ਆਪਣਾ 50 ਕਿਲੋਮੀਟਰ 100 ਜਾਂ ਇਸ ਤੋਂ ਵੱਧ ਨਹੀਂ ਜਾ ਸਕਦੇ ਉਹ ਕਿ ਆ ਸਟੇਟ ਚੇਂਜ ਕਰਨਗੇ ਵੇਚਣ ਵਾਸਤੇ, ਉਹ ਚੀਜ਼ ਤਾਂ ਨਹੀਂ ਕਰ ਸਕਦੇ। ਪਰ ਇਹਦੇ ਲਈ ਇਹਨਾਂ ਨੇ ਕੀਤਾ ਕਿ ਜੇ ਵੱਡੀਆਂ ਕਾਰਪੋਰੇਟ ਆਉਂਦੇ ਨੇ ਤਾਂ ਉਹ ਖੇਤੀ ਵੀ ਕਰਾਉਣਗੇ, ਉਹ ਆਪਣੇ ਹੀ ਗੁਡਾਊਨਾਂ 'ਚ ਉਹਨੂੰ ਆਪਣਾ ਸਟੋਰ ਵੀ ਕਰਨਗੇ। ਠੀਕ ਹੈ, ਇਹ ਸਰਕਾਰ ਨੇ ਬਹੁਤ ਹੀ ਗਲਤ ਸਟੈਪ ਚੱਕਿਆ, ਇਹਨਾਂ ਨੂੰ ਸੋਚਣਾ ਚਾਹੀਦਾ ਸੀ। 26 ਤਰੀਕ ਨੂੰ ਜਿਹੜੀ ਹੈ ਕਿਸਾਨ ਯੂਨੀਅਨ ਨੇ ਰੈਲੀ ਅਨਾਉਂਸ ਕੀਤੀ ਹੈ ਕਿ ਦਿੱਲੀ ਦੇ ਵਿੱਚ ਲੱਖਾਂ ਟਰੈਕਟਰ ਲੈ ਕੇ ਜਿਹੜਾ ਹੈ ਰੈਲੀ ਕੱਢੀ ਜਾਏਗੀ, ਦਿੱਲੀ ਨੂੰ ਜਾਮ ਕੀਤਾ ਜਾਏਗਾ ਜਾਂ ਦਿੱਲੀ ਜਾਮ ਹੋ ਜਾਏਗੀ। ਤਾਂ ਉਹਦੇ ਵਿੱਚ ਕਿਤੇ ਕਿਤੇ ਮਤਭੇਦ ਆ ਰਹੇ ਨੇ ਕਿਸਾਨ ਯੂਨੀਅਨ ਦੇ ਆਗੂਆਂ ਦੇ ਵਿੱਚ ਸਾਹਮਣੇ ਆ ਰਹੇ ਨੇ। ਕੋਈ ਕਹਿ ਰਿਹਾ ਕਿ ਅਸੀਂ ਜਿਹੜਾ ਹੈ ਕੇਸਰੀ ਝੰਡੇ ਟਰੈਕਟਰਾਂ ਤੇ ਲਾ ਕੇ ਇਹ ਰੈਲੀ ਮਾਰਚ ਕੱਢਾਂਗੇ। ਕਈ ਲੋਕ ਕਹਿ ਰਹੇ ਨੇ ਕਿ ਅਸੀਂ ਤਿਰੰਗਾ ਲਾ ਕੇ ਜਿਹੜਾ ਭਾਰਤ ਦਾ ਜਿਹੜਾ ਝੰਡਾ ਹੈ ਉਹ ਲਾ ਕੇ ਅਸੀਂ ਮਾਰਚ ਕੱਢਾਂਗੇ। ਕੀ ਸਮਝਦੇ ਹੋ, ਕੀ ਵਿਚਾਰ ਹੈ ਤੁਹਾਡਾ ਇਸ ਬਾਰੇ? ਇਹਦੇ ਬਾਰੇ ਤਾਂ ਮੈਂ ਹੀ ਕਹਾਂਗਾ ਜੀ, ਜੋ ਕਿਸਾਨ ਆਗੂ ਕਹਿੰਦੇ ਨੇ ਆਪਾਂ ਨੂੰ ਉਹਨਾਂ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਹੈ। ਬੇਸ਼ੱਕ ਅਸੀਂ ਕੇਸਰੀ ਝੰਡਾ ਇੱਕ ਸਾਡਾ ਮਤਲਬ ਗੁਰੂ ਸਾਹਿਬ ਦਾ ਨਿਸ਼ਾਨ ਹੈਗਾ, ਸਾਡਾ ਇੱਕ ਰਿਲੀਜੀਅਸ ਦਾ ਨਿਸ਼ਾਨ ਹੈਗਾ ਹੈ ਨਾ, ਤੇ ਅਦਰਵਾਈਜ਼ ਜਿਹੜਾ ਆਪਾਂ ਜੇ ਆਪਣਾ ਤਿਰੰਗਾ ਝੰਡਾ ਵੀ ਲਾ ਕੇ ਲੈ ਕੇ ਜਾਂਦੇ ਆ ਜਾਂ ਕੁਝ ਵੀ, ਪਰ ਸਾਡਾ ਮਤਲਬ ਤਾਂ ਇਹ ਹੈ ਕਿ ਸਰਕਾਰ ਨੂੰ ਅਵੇਅਰ ਕਰਨਾ ਕਿ ਭਾਈ ਸਾਡੀਆਂ ਗੱਲਾਂ ਸੁਣੋ, ਸਾਨੂੰ ਇਹ ਪ੍ਰੋਬਲਮ ਹੈਗੀ ਆ, ਅਸੀਂ ਤੁਹਾਨੂੰ ਕੋਈ ਚੀਜ਼ ਸਰਕਾਰ ਕਹਿ ਰਹੀ ਹੈ ਤੁਹਾਡੇ ਲਈ ਚੰਗੇ ਕਾਨੂੰਨ ਨੇ, ਪਰ ਇੱਕ ਗੱਲ ਇਹ ਹੈਗੀ ਜੇ ਸਾਨੂੰ ਕੋਈ ਚੀਜ਼ ਚੰਗੀ ਨਹੀਂ ਲੱਗਦੀ ਅਸੀਂ ਉਹਦੇ ਬਾਰੇ ਬੋਲਾਂਗੇ ਨਾ। ਕਿਸਾਨ ਵੀ ਤਾਂ ਇਹੀ ਕਹਿ ਰਿਹਾ ਕਿ ਭਾਈ ਸਾਡੀ ਜਿਹੜੀ ਚੀਜ਼ ਸਾਨੂੰ ਨਹੀਂ ਚੰਗੀ ਲੱਗਦੀ, ਇਹ ਕਾਨੂੰਨ ਸਾਨੂੰ ਨਹੀਂ ਚਾਹੀਦੇ। ਇਹ ਧੱਕੇ ਨਾਲ ਤਾਂ ਫਿਰ ਇਹ ਤਾਨਾਸ਼ਾਹੀ ਹੋ ਗਈ, ਇਹ ਰਾਜਤੰਤਰ ਰਾਜੇ ਵਾਲਾ ਕੰਮ ਹੋ ਗਿਆ, ਲੋਕਤੰਤਰ ਨਾ ਹੋਇਆ। ਬਸ ਇਹ ਚੀਜ਼ ਹੈ। ਬਹੁਤ ਬਹੁਤ ਸ਼ੁਕਰੀਆ ਭਾਜੀ ਗੱਲਬਾਤ ਕਰਨ ਵਾਸਤੇ। ਭਾਜੀ ਨਾਲ ਗੱਲਬਾਤ ਕਰਦੇ ਹਾਂ ਜੀ। ਦੀਪ ਸਿੱਧੂ ਲੱਖਾ ਸਿਧਾਣਾ ਨੂੰ ਸਟੇਜ ਤੋਂ, ਕਿਸਾਨ ਯੂਨੀਅਨ ਦੀ ਸਟੇਜ ਤੋਂ ਬੋਲਣ ਤੋਂ ਮਨਾਹੀ ਕੀਤੀ ਗਈ ਹੈ। ਇਹ ਫੈਸਲਾ ਸਹੀ ਹੈ? ਤੁਹਾਨੂੰ ਲੱਗਦਾ ਉਹਨਾਂ ਨੂੰ ਬੋਲਣ ਦੇਣਾ ਚਾਹੀਦਾ, ਨਹੀਂ ਬੋਲਣ ਦੇਣਾ ਚਾਹੀਦਾ? ਉਹ ਤਾਂ ਕਿਸਾਨ ਜਥੇਬੰਦੀਆਂ ਤੇ ਡਿਪੈਂਡ ਕਰਦਾ ਹੈ। ਸਾਨੂੰ ਉਹਨਾਂ ਦੇ ਅਕੋਰਡਿੰਗਲੀ ਚੱਲਣਾ ਚਾਹੀਦਾ ਹੈ ਜੀ। ਪਰ ਕਈ ਮਤਭੇਦ ਇਹ ਆ ਰਿਹਾ ਵੀ ਲੱਖੇ ਨੂੰ ਤਾਂ ਰੋਕਿਆ ਗਿਆ ਕਿਉਂਕਿ ਉਹਨੇ ਅਕਾਲੀਆਂ ਦੇ ਖਿਲਾਫ ਬਿਆਨ ਦਿੱਤੇ ਪਿਛਲੇ ਦਿਨੀ, ਤੇ ਜਿਹੜੇ ਕੁਝ ਆਗੂ ਨੇ ਕਿਸਾਨ ਯੂਨੀਅਨ ਦੇ ਉਹ ਕਹਿੰਦੇ ਨੇ ਵੀ ਉਹ ਅਕਾਲੀ ਦਲ ਵੱਲ ਝੁਕਾਅ ਰੱਖਦੇ ਨੇ। ਨਹੀਂ, ਇਸ ਮੈਟਰ ਨੂੰ ਪੋਲੀਟੀਕਲ ਨਾਲ ਇਨਵੋਲਵ ਨਹੀਂ ਕਰਨਾ ਚਾਹੀਦਾ, ਇਹਨੂੰ ਲੱਗੇ ਰੱਖਣਾ ਚਾਹੀਦਾ ਹੈ ਇਸ ਤੋਂ, ਤੇ ਜੋ ਵੀ ਕਿਸਾਨ ਜਥੇਬੰਦੀਆਂ ਦਾ ਫੈਸਲਾ ਹੈ ਉਹਨੂੰ ਮੰਨਣਾ ਚਾਹੀਦਾ ਹੈ। ਪਰ ਐਜ਼ ਅ ਯੂਥ ਤੁਹਾਨੂੰ ਕੀ ਲੱਗਦਾ ਜਿਹੜੀ ਤੱਤੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਕਿਤੇ ਨਾ ਕਿਤੇ ਇਹ ਭੜਕਾਊ ਜਿਹੜੇ ਭਾਸ਼ਣ ਨੇ ਜੇ ਲੱਖੇ ਵੱਲੋਂ ਦਿੱਤੇ ਜਾ ਰਹੇ ਨੇ ਜਾਂ ਦੀਪ ਵੱਲੋਂ ਦਿੱਤੇ ਜਾ ਰਹੇ ਨੇ, ਕੀ ਇਹ ਤੁਹਾਨੂੰ ਲੱਗਦਾ ਵੀ ਸੰਘਰਸ਼ ਦੀ ਦਿਸ਼ਾ ਨੂੰ ਥੋੜਾ ਬਹੁਤ ਉਲਝਾ ਸਕਦੇ ਨੇ? ਨਹੀਂ ਸਰ, ਗੱਲ ਇੱਦਾਂ ਹੈਗਾ, ਜੇ ਦੀਪ ਜੀ ਵੀ ਹੈਗੇ ਨੇ ਤੇ ਦੇਖੋ ਇੱਕ ਵਾਰ ਪਹਿਲਾਂ ਸੀਗੇ ਗਾਂਧੀ ਜੀ ਸੀਗੇ, ਉਹ ਇੱਕ ਅੰਦੋਲਨ ਸ਼ਾਂਤੀਪੂਰਵਕ ਕਰਦੇ ਸੀ। ਭਗਤ ਸਿੰਘ ਜੀ ਗਰਮ ਖਿਆਲੀ ਸੀ। ਇੱਦਾਂ ਹੋ ਸਕਦਾ ਕਿ ਇਹਨਾਂ 'ਚ ਥੋੜ੍ਹੇ ਜਿਹੇ ਗਰਮ ਹੋ ਸਕਦੇ ਨੇ ਥੋੜ੍ਹਾ ਜਿਹਾ। ਹੁਣ ਤੁਸੀਂ ਕਿੰਨੀ ਕੁ ਦੇਰ ਤੱਕ ਕਿਸੇ ਬੱਚੇ ਨੂੰ ਦੱਬਣ ਦੀ ਕੋਸ਼ਿਸ਼ ਕਰੋਗੇ? ਠੀਕ ਹੈ ਨਾ, ਨੌਜਵਾਨਾਂ 'ਚ ਉਹਨਾਂ 'ਚ 100 ਦਿਨਾਂ ਤੋਂ ਕਿਸਾਨ ਧਰਨੇ ਤੇ ਬੈਠੇ ਆ, ਡੇਲੀ ਕੋਈ ਨਾ ਕੋਈ ਮਰ ਰਿਹਾ, ਡੇਲੀ ਕਿਸੇ ਦੀ ਡੈਥ ਹੋ ਰਹੀ ਆ, ਉਹ ਵੀ ਕਿਸੇ ਦੇ ਮਾਂ ਨੇ, ਬਾਪ ਨੇ, ਧੀ ਪੁੱਤ ਸਾਰੀ ਆ। ਇਹ ਤਾਂ ਨਹੀਂ ਨਾ ਸਰਕਾਰ ਨੂੰ ਕਰਨਾ ਚਾਹੀਦਾ। ਇਹ ਤਾਂ ਐਸੇ ਹਾਲਾਤਾਂ ਦੇ ਵਿੱਚ ਵੀ ਉਹ ਕਹਿ ਰਹੇ ਨੇ ਵੀ ਇਹ ਕਿਸਾਨ ਤਾਂ ਜਿਹੜਾ ਖਾਸ ਕਰਕੇ ਗੋਦੀ ਮੀਡੀਆ ਕਹਿ ਰਿਹਾ ਵੀ ਇਹ ਪਿਕਨਿਕ ਮਨਾਉਣ ਆਏ ਹੋਏ ਨੇ, ਉੱਥੇ ਤਾਂ ਪੀਜ਼ੇ ਨੇ, ਉੱਥੇ ਤਾਂ ਸਪਾ ਹੈ, ਉੱਥੇ ਇਹ ਹੈ। ਸਰ ਮੈਂ ਤਾਂ ਇਹੀ ਕਹੂੰਗਾ ਜਿਹੜਾ ਵੀ ਗੋਡੀ ਮੀਡੀਆ ਹੈਗਾ ਨਾ, ਉਹਨਾਂ ਨੂੰ ਕਿਸਾਨੀ ਦੇ ਨਾਲ ਰਿਲੇਟਡ 2-4 ਸਵਾਲ ਉਹਨਾਂ ਤੋਂ ਹੀ ਪੁੱਛ ਲੈਣਾ ਕਿ ਠੀਕ ਹੈ ਕੱਦੂ ਕਿੱਥੇ ਹੁੰਦਾ, ਠੀਕ ਹੈ ਕਣਕ ਕਿੱਥੇ ਬੀਜੀ ਜਾਂਦੀ ਹੈ। ਜੇ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਨਾ, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਕਿਸੇ ਨੂੰ ਪਤਾ ਹੋਊਗਾ। ਇਹ ਸਿਰਫ ਇੱਕ ਵਿਕਾਊ ਹੀ ਕਹਿ ਸਕਦੇ ਆ ਉਹਨਾਂ ਨੂੰ ਸੋਚਣਾ ਚਾਹੀਦਾ। ਜਿਹੜੇ ਬਜ਼ੁਰਗ ਮਰ ਰਹੇ ਨੇ ਉਹ ਪਿਕਨਿਕ ਮਨਾਉਣ ਆਉਂਦੇ ਨੇ। ਸਾਡੇ ਘਰ ਸਾਰਿਆਂ ਦੇ ਘਰ ਸਿਆਣੇ ਆ, ਅਸੀਂ ਭੇਜਦੇ ਹਾਂ ਆਪਣੇ ਮਾਂ ਬਾਪ ਨੂੰ, ਅਸੀਂ ਭੇਜਦੇ ਹਾਂ ਕਿ ਅਸੀਂ ਆਪਣੇ ਬਜ਼ੁਰਗਾਂ ਦੇ ਪੈਰ ਨਹੀਂ ਥੱਲੇ ਉਤਰਨ ਦਿੰਦੇ। ਪਰ ਇਹਦੇ ਮਾਮਲੇ 'ਚ ਇਹ ਜਿਹੜਾ ਬਹੁਤ ਹੀ ਗਲਤ ਦਿਖਾ ਰਹੇ ਨੇ। ਰਾਤੀ ਮੈਂ ਕਹਿੰਦਾ ਇੱਕ ਉੱਥੇ ਵੀ ਹੋਇਆ ਰਾਜਸਥਾਨ ਬਾਰਡਰ ਤੇ ਸੀਗਾ, ਕਿਤੇ ਉਹਨਾਂ ਨੇ ਕੀਤਾ ਆਸੂ ਗੈਸ ਦੇ ਜਿਹੜੇ ਗੋਲੇ ਸਿੱਟੇ ਗਏ। ਯਾਰ ਬੰਦੇ ਨੇ ਆਪਣੇ ਦੇਸ਼ ਦੇ ਬੰਦੇ ਨੇ, ਕਿਤੇ ਹੋਰ ਤੋਂ ਤਾਂ ਆਏ ਨਹੀਂ, ਜਾਂ ਪਾਕਿਸਤਾਨ ਦੇ ਬਾਰਡਰ ਤੋਂ ਤਾਂ ਹੈ ਨਹੀਂ ਕਿ ਅਸੀਂ ਪਾਕਿਸਤਾਨ ਨਾਲ ਯੁੱਧ ਕਰਨ ਚੱਲੇ ਆ ਤੁਸੀਂ ਉੱਥੇ। ਔਰ ਜਿਹੜੇ ਗੈਸ ਦੇ ਗੋਲੇ ਵੀ ਮਾਰਦੇ ਹੋ, ਉਹ ਵੀ ਐਕਸਪਾਇਰੀ ਡੇਟਾਂ ਦੇ ਮਾਰਨ ਲੱਗੇ ਹੋ, ਕੋਈ ਚੱਜ ਦੇ ਤਾਂ ਮਾਰ ਲੈਂਦੇ ਯਾਰ। ਉਹ ਦੇਖੋ ਤਾਂ ਸਹੀ, ਤੁਸੀਂ ਆਪਣੇ ਹੀ ਬੰਦੇ ਨੇ ਜ਼ਹਿਰ ਕਿਸੇ ਤੇ ਮਾਰ ਰਹੇ ਹੋ ਤੁਸੀਂ, ਤਾਂ ਉਹ ਤਾਂ ਚੱਜ ਦੀ ਵਰਤੋਂ। ਕਾਫੀ ਭਾਰੀ ਗੋਲਾਬਾਰੀ ਜਿਹੜੀ ਕੀਤੀ ਗਈ ਹੈ, ਇਹ ਵਿਵਹਾਰ ਕਿਉਂ ਹੈ ਕਿਸਾਨ ਖਿਲਾਫ? ਕੀ ਮੋਦੀ ਇਹਨਾਂ ਨੂੰ ਸੱਚੀ ਆਤੰਕਵਾਦੀ ਸਮਝਦਾ? ਠੀਕ ਹੈ, ਪਤਾ ਨਹੀਂ ਉਹ ਮੋਦੀ ਸਾਹਿਬ ਦੇ ਕਿਹੜੀਆਂ ਐਨਕ ਲੱਗੀ ਹੋਈ ਜਿਹਦੇ 'ਚ ਉਹਨੂੰ ਆਤੰਕਵਾਦੀ ਔਰ ਦੇਸ਼ ਪੱਖ 'ਚ ਨਹੀਂ ਫਰਕ ਆ ਰਿਹਾ। ਪਰ ਉਹਨਾਂ ਨੂੰ ਸੋਚਣਾ ਚਾਹੀਦਾ ਹੈ, ਉਹਦੀ ਲੀਡਰਸ਼ਿਪ ਨੂੰ ਸਾਰੀ ਨੂੰ ਸੋਚਣਾ ਚਾਹੀਦਾ ਅਸੀਂ ਕੀ ਕਰ ਰਹੇ ਹਾਂ।
ਆਰਐਸਐਸ ਜਥੇਬੰਦੀ ਹੈ ਗੋਡਸੇ ਦੀ ਸੋਚ ਤੇ ਪੈਰਵਾਈ ਰੱਖਦੀ ਹੈ, ਸਾਵਰਕਰ ਦੀ ਸੋਚ ਤੇ ਪੈਰਵਾਈ ਰੱਖਦੀ ਹੈ। ਕੀ ਲੱਗਦਾ ਤੁਹਾਨੂੰ ਇਹ ਜਨ ਅੰਦੋਲਨ ਹੁਣ ਗੋਡਸੇ ਖਿਲਾਫ ਭਗਤ ਸਿੰਘ ਦੇ ਵਾਰਸਾਂ ਇਹ ਰੂਪ ਲੈ ਚੁੱਕਿਆ? ਨਹੀਂ ਭਾਜੀ, ਮੈਂ ਤਾਂ ਇੱਕ ਹੀ ਗੱਲ ਕਹੂੰਗਾ, ਤੁਸੀਂ ਹੁਣ ਜਿਹੜੀ ਵੀ ਜੋ ਕੁਐਸਚਨ ਪੁੱਛਿਆ, ਪਰ ਮੈਂ ਇਸ ਦੇਸ਼ ਦਾ ਵਾਸੀ ਨਹੀਂ ਹਾਂ, ਮੈਂ ਇੱਥੇ ਰਹਿਣ ਵਾਲਾ। ਮੇਰਾ ਵੀ ਅਧਿਕਾਰ ਹੈਗਾ ਆਪਣੇ ਬਾਰੇ ਨੂੰ, ਆਪਣੇ ਪ੍ਰੋਟੈਸਟ ਨੂੰ ਆਪਣਾ ਦੱਸਣ ਦਾ ਕਿ ਇਹ ਚੀਜ਼ ਸਾਡੇ ਲਈ ਚੰਗੀ ਨਹੀਂ ਹੋ ਰਹੀ। ਇੱਥੇ ਸਾਡਾ ਜਿਹੜਾ ਮੇਨ ਖਾਸ ਤਾਂ ਗੱਲ ਇਹ ਹੈ ਕਿ ਸਾਡਾ ਜਿਹੜਾ ਦੇਸ਼ ਹੈਗਾ ਇਹਦੇ 'ਚ ਹਰ ਧਰਮ ਦੇ ਲੋਕ ਰਹਿੰਦੇ ਨੇ, ਹਰ ਜਾਤੀ ਹਰ ਫਿਰਕੇ ਦੇ ਲੋਕ ਰਹਿੰਦੇ ਨੇ, ਠੀਕ ਹੈ। ਸਾਰੇ ਹੀ ਇੱਕ ਇਹ ਸੰਵਿਧਾਨ ਲਿਖਿਆ ਸੀ ਸਾਰਿਆਂ ਵਾਸਤੇ, ਕਨਸਟੀਟਿਊਸ਼ਨ ਇਕੱਠਾ ਲਿਖਿਆ ਗਿਆ ਸੀ, ਨਾ ਕਿ ਇੱਕ ਫਿਰਕੇ ਜਾਂ ਜਾਤੀ ਵਾਸਤੇ ਲਿਖਿਆ ਸੀ। ਪਰ ਇਹ ਗਲਤ ਗੱਲ ਹੈ ਜੇ ਇੱਕ ਫਿਰਕਾ ਉਹਨੂੰ ਹੋਰ ਨੂੰ ਸਾਰਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਗਲਤ ਗੱਲ ਹੈ। ਬਹੁਤ ਬਹੁਤ ਸ਼ੁਕਰੀਆ ਭਾਜੀ ਵਿਚਾਰ ਸਾਂਝੇ ਕਰਨ ਵਾਸਤੇ, ਧੰਨਵਾਦ। ਥੈਂਕ ਯੂ ਭਾਜੀ। ਧੰਨਵਾਦ। ਥੈਂਕ ਯੂ। ਸਤਿ ਸ਼੍ਰੀ ਅਕਾਲ ਮੈਮ, ਕੀ ਨਾਮ ਤੁਹਾਡਾ ਜੀ, ਕਿੱਥੋਂ ਆਏ? ਹਾਂਜੀ, ਮੋਹਾਲੀ ਤੋਂ ਅਸੀਂ। ਹਾਂਜੀ ਮੈਮ, ਕਿਸਾਨੀ ਸੰਘਰਸ਼ ਬਾਰੇ ਆਪਾਂ ਲੋਕਾਂ ਦੇ ਵਿਚਾਰ ਲੈ ਰਹੇ ਹਾਂ। ਜਿਹੜਾ ਕਿ ਹੁਣ ਮਾਮਲਾ ਜਿਹੜਾ ਇਹ ਸੁਲਝਣ ਤੇ ਨਹੀਂ ਆ ਰਿਹਾ, ਸੰਘਰਸ਼ ਲੰਬਾ ਹੁੰਦਾ ਜਾ ਰਿਹਾ। ਕੱਲ ਪੰਜਾਬ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ। ਕੀ ਤੁਸੀਂ ਸਮਝਦੇ ਹੋ ਕਿ ਉਹੀ ਦਸਤਾਰਧਾਰੀ ਪੁਲਿਸ ਤੇ ਦਸਤਾਰਧਾਰੀ ਲੋਕ ਜਿਹੜੇ ਸੰਘਰਸ਼ ਕਰ ਰਹੇ ਨੇ, ਪੰਜਾਬੀਆਂ ਨੂੰ ਪੰਜਾਬੀਆਂ ਨਾਲ ਲੜਾਉਣ ਦੀ ਡਿਵਾਈਡ ਐਂਡ ਰੂਲ ਬੀਜੇਪੀ ਇਹ ਹਮੇਸ਼ਾ ਤੋਂ ਪਾਲਿਸੀ ਲਿਆ ਰਹੀ ਹੈ, ਉਹਨਾਂ ਨੇ ਲਾਗੂ ਕੀਤੀ ਹੋਈ ਹੈ, ਹੁਣ ਵੀ ਇਹੀ ਹੈ? ਹਾਂ ਬਿਲਕੁਲ, ਹੁਣ ਕੱਲ ਨਜ਼ਰ ਹੀ ਆਇਆ ਇਹ ਸਾਰਾ ਸਾਹਮਣੇ, ਕਿਉਂਕਿ ਪਹਿਲਾਂ ਉਹਨਾਂ ਨੇ ਪ੍ਰੋਵੋਕ ਕੀਤਾ ਔਰ ਉਸ ਤੋਂ ਬਾਅਦ ਜਿਹੜਾ ਫਿਰ ਉਹ ਰਿਐਕਸ਼ਨ ਆਇਆ ਉਹਨੂੰ, ਉਹਦੇ ਤੇ ਉਹਨਾਂ ਨੂੰ ਨਹੀਂ ਅੱਛਾ ਲੱਗਿਆ, ਪਰ ਪੰਜਾਬ ਗਵਰਨਮੈਂਟ ਤੇ ਪ੍ਰੈਸ਼ਰ ਪਾਇਆ ਗਿਆ ਕਿ ਕੋਈ ਐਕਸ਼ਨ ਲਓ, ਤੇ ਇਸ ਕਰਕੇ ਸਰਕਾਰ ਨੂੰ ਵੀ ਕਰਨਾ ਪਿਆ। ਆਲਦੋ ਭਾਵੇਂ ਨਾ ਵੀ ਚਾਹੁੰਦੀ ਹੋਵੇ, ਹਾਲਾਂਕਿ ਜਿਹੜੇ ਪੰਜਾਬੀ ਨੇ ਉਹ ਠੀਕ ਸੰਘਰਸ਼ ਕਰ ਰਹੇ ਆ, ਬਟ ਤਾਂ ਵੀ ਰਿਐਕਸ਼ਨ, ਕਿਉਂਕਿ ਪ੍ਰੋਵੋਕੇਸ਼ਨ ਜਦੋਂ ਆ ਜਾਂਦੀ ਹੈ ਫਿਰ ਰਿਐਕਸ਼ਨ ਤੇ ਤਾਂ ਕੁਐਸਚਨ ਕੀਤਾ ਜਾ ਰਿਹਾ, ਪਰ ਪ੍ਰੋਵੋਕੇਸ਼ਨ ਤੇ ਨਹੀਂ ਕੀਤਾ ਜਾ ਰਿਹਾ। ਮੇਰੇ ਖਿਆਲ ਨਾਲ ਪ੍ਰੋਵੋਕੇਸ਼ਨ ਨੂੰ ਵੀ ਦੇਖਣਾ ਚਾਹੀਦਾ ਕਿਸੇ ਤੇ ਵੀ ਪਰਚੇ ਦਰਜ ਕਰਨ ਤੋਂ ਪਹਿਲਾਂ, ਕਿਉਂਕਿ ਯੂਥ ਨੂੰ ਜਦੋਂ ਤੁਸੀਂ ਇੰਨਾ ਜ਼ਿਆਦਾ ਪ੍ਰੋਵੋਕ ਕਰੋਗੇ, ਜਦੋਂ ਉਹਨਾਂ ਦੇ ਬਜ਼ੁਰਗਾਂ ਬਾਰੇ ਬੋਲੋਗੇ ਜਿਹੜੇ ਕਿ ਆਪਣੇ ਜਿਹੜੇ ਜਾਇਜ਼ ਹੱਕ ਹੈ ਉਹਨਾਂ ਦੇ ਲਈ ਬੈਠੇ ਹੈ, ਤੇ ਇਹ ਠੀਕ ਨਹੀਂ ਹੈ। ਇਸ ਸੰਘਰਸ਼ ਦੀ ਇੱਕ ਖੂਬਸੂਰਤੀ ਕਿ ਕਾਫੀ ਸਾਰੀ ਯੂਥ ਇਸ ਚੀਜ਼ ਦੇ ਨਾਲ ਜੁੜੀ, ਜਿਹੜੀ ਕਿ ਸ਼ਾਇਦ ਪਹਿਲਾਂ ਹੋਰਾਂ ਮਸਲਿਆਂ ਦੇ ਵਿੱਚ ਉਲਝੀ ਹੋਈ ਸੀ। ਕੁਝ ਜਵਾਨ ਕਿਸਾਨ ਆਗੂ ਵੀ ਸਾਨੂੰ ਮਿਲੇ ਦੀਪ ਸਿੱਧੂ ਲੱਖੇ ਸਿਧਾਣੇ ਦੇ ਰੂਪ ਦੇ ਵਿੱਚ, ਪਰ ਉਹਨਾਂ ਨੂੰ ਜਿਹੜਾ ਹੈ ਕੱਲ ਸਟੇਜ ਤੇ ਬੋਲਣ ਨੂੰ ਮਨਾ ਕੀਤਾ ਗਿਆ। ਕੀ ਵਿਚਾਰ ਰੱਖਦੇ ਹੋ ਇਹਦੇ ਬਾਰੇ? ਕੀ ਉਹਨਾਂ ਨੂੰ ਸਟੇਜ ਤੇ ਕਿਸਾਨ ਯੂਨੀਅਨ ਦੀ ਸਟੇਜ ਤੋਂ ਬੋਲਣ ਦਾ ਹੱਕ ਦਿੱਤਾ ਜਾਣਾ ਚਾਹੀਦਾ, ਜਾਂ ਜਿੱਦਾਂ ਕਿਸਾਨ ਦੇ ਆਗੂ ਕਹਿ ਰਹੇ ਨੇ, ਜਿਹੜੇ ਵੱਡੇ ਆਗੂ ਨੇ ਉਹ ਕਹਿ ਰਹੇ ਨੇ ਕਿ ਇਹ ਭੜਕਾਊ ਭਾਸ਼ਣ ਦਿੰਦੇ ਨੇ? ਕੀ ਵਿਚਾਰ ਰੱਖਦੇ ਹੋ? ਹਰੇਕ ਦੇ ਆਪਣੇ ਆਪਣੇ ਅਸਲ 'ਚ ਸੋਚਣ ਦਾ ਤਰੀਕਾ ਹੁੰਦਾ। ਵੈਸੇ ਜਿਹੜਾ ਇਹਨਾਂ ਦਾ ਅੰਦਰੋਂ ਜਿਹੜਾ ਜਜ਼ਬਾ ਹੈ ਉਹ ਤਾਂ ਆਪਣੇ ਹੱਕਾਂ ਦੇ ਲਈ ਸਹੀ ਆਵਾਜ਼, ਸਭ ਦੀ ਆਵਾਜ਼ ਸਹੀ ਮੈਂ ਮੰਨਦੀ ਹਾਂ, ਦੀਪ ਸਿੱਧੂ ਦੀ ਵੀ, ਲੱਖਾ ਸਿਧਾਣਾ ਦੀ ਵੀ, ਪਰ ਉਹ ਜਿਹੜੀਆਂ ਡਿਫਰੈਂਟ ਬੈਕਗਰਾਊਂਡਸ ਤੋਂ ਆਏ ਹੋਏ ਆ, ਜਿਹੜੇ ਕਿਸਾਨੀ ਸੰਘਰਸ਼ ਵਾਲੇ ਆਗੂ ਆ ਉਹ ਆਪਣੀ ਬੈਕਗਰਾਊਂਡ ਤੋਂ ਆਏ ਆ, ਜਿਹਦੇ ਵਿੱਚ ਉਹਨਾਂ ਦੇ ਕਾਫੀ ਬਹੁਤ ਸਾਲਾਂ ਦਾ ਸੰਘਰਸ਼ ਵੀ ਹੈ। ਉਹਨਾਂ ਨੂੰ ਸ਼ਾਇਦ ਇਹ ਲੱਗਦਾ ਹੋਏਗਾ ਕਿ ਮਤਲਬ ਥੋੜਾ ਉਹ ਵੇਰੀ ਕਰ ਜਾਂਦੇ ਆ ਉਹਨਾਂ ਦੇ ਮਸਲੇ ਚੁੱਕਣ ਦੇ ਵਿੱਚ, ਪਰ ਮੈਨੂੰ ਇਹ ਲੱਗਦਾ ਕਿ ਦੀਪ ਸਿੱਧੂ ਔਰ ਲੱਖਾ ਸਿਧਾਣਾ ਔਰ ਕਿਸਾਨ ਆਗੂਆਂ ਨੂੰ ਇਕੱਠੇ ਬੈਠ ਕੇ ਬਾਹਰ ਜਿਹੜੀ ਵਖਰੇਵਾਂ ਦਿਖ ਰਿਹਾ ਉਹਦੇ ਨਾਲ ਜਿਹੜੇ ਕਹਿ ਲਓ ਭਾਜਪਾ ਕਹਿ ਲਓ ਜਾਂ ਆਪੋਜੀਸ਼ਨ ਕਹਿ ਲਓ, ਉਹ ਫਾਇਦਾ ਉਠਾ ਸਕਦੇ ਆ। ਇਹਨਾਂ ਨੂੰ ਆਪਸ 'ਚ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਔਰ ਸਟੇਜ ਤੋਂ ਇੱਕੋ ਹੀ ਗੱਲ ਬਾਹਰ ਆਉਣੀ ਚਾਹੀਦੀ ਹੈ। ਹਾਂਜੀ, ਜਿਹੜੇ ਲੋਕ ਕਹਿੰਦੇ ਨੇ ਕਿ ਪਿਕਨਿਕ ਤੇ ਆਏ ਹੋਏ ਨੇ, ਗੋਦੀ ਮੀਡੀਆ ਦੇ ਉੱਤੇ ਕਾਫੀ ਤਰੀਕੇ ਦੇ ਜਿਹੜੇ ਕਿ ਗੱਲਾਂ ਬਾਤਾਂ ਹੋ ਰਹੀਆਂ, ਇੱਥੇ ਪੀਜ਼ਾ ਪਾਰਲਰਸ ਨੇ, ਇੱਥੇ ਐਂ ਹੋ ਰਿਹਾ, ਜਦ ਕਿ ਲਗਾਤਾਰ ਕੱਲ ਇੱਕ ਵੀਡੀਓ ਵਾਇਰਲ ਹੋਈ ਜਿਹਦੇ ਵਿੱਚ ਔਨ ਕੈਮਰਾ ਇੱਕ ਬਜ਼ੁਰਗ ਜਿਹੜੇ ਕੋਲੈਪਸ ਕਰ ਰਹੇ ਨੇ, ਉਹਨਾਂ ਨੂੰ ਹਾਰਟ ਅਟੈਕ ਹੋ ਰਿਹਾ, ਤੇ ਇਦਾਂ ਦੇ ਵਿਚਾਰ ਫਿਰ ਵੀ ਇਦਾਂ ਦੀ ਗੱਲਾਂ ਚੈਨਲਸ ਤੇ ਆ ਰਹੀਆਂ ਨੇ। ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀਆਂ ਸਾਰੀਆਂ ਚੀਜ਼ਾਂ ਪ੍ਰੋਵੋਕ ਕਰਨ ਵਾਲੀਆਂ, ਕਿਉਂਕਿ ਉਹਨਾਂ ਦਾ ਹੋਰ ਕੋਈ ਵੀ ਹੱਥਕੰਡਾ ਜਿਹੜਾ ਹੈ ਉਹ ਕਾਮਯਾਬ ਹੋ ਨਹੀਂ ਸਕਿਆ, ਉਹ ਹੁਣ ਇੰਨਾ ਜ਼ਿਆਦਾ ਸਾਡੀ ਉਸ ਚੀਜ਼ਾਂ ਦੇ ਉੱਪਰ ਜਿਹਨੂੰ ਕਹਿ ਦਿੰਦੇ ਆ ਨਾ ਹਿੱਟ ਕਰਨਾ ਸ਼ੁਰੂ ਹੋ ਗਏ ਆ ਕਿ ਕਿਸ ਤਰੀਕੇ ਦੇ ਨਾਲ, ਕਿਉਂਕਿ ਉਸ ਤੋਂ ਪਹਿਲਾਂ ਆਪਾਂ ਨੂੰ ਸਾਰਾ ਪਤਾ ਹੈ ਨਾ, ਪਹਿਲਾਂ ਉਹਨਾਂ ਨੂੰ ਅੱਤਵਾਦੀ, ਉਹਨਾਂ ਨੂੰ ਵੱਖਵਾਦੀ, ਉਹਨਾਂ ਨੂੰ ਨਕਸਲੀ, ਉਹਨਾਂ ਨੂੰ ਅਰਬਨ ਨਕਸਲੀ, ਐਵਰੀਥਿੰਗ ਸਾਰਾ ਕੁਝ ਬੋਲ ਕੇ ਹਟ ਗਏ। ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਸਾਨਾਂ ਦੇ ਵਿੱਚ ਦੋ ਫਾੜ ਵੀ ਕਰਵਾਉਣ ਦੀ ਕੋਸ਼ਿਸ਼ ਕੀਤੀ, ਆਗੂਆਂ ਦੇ ਵਿੱਚ ਵੀ। ਫਿਰ ਉਸ ਤੋਂ ਬਾਅਦ ਉਹਨਾਂ ਨੇ ਨੈਕਸਟ ਉਹਨਾਂ ਨੂੰ ਇਕੱਲੇ ਹੋ ਕੇ ਬੁਲਾਉਣ ਦੀ ਛੋਟੀ ਕਮੇਟੀ ਬਣਾਓ, ਮਤਲਬ ਹਰ ਤਰੀਕੇ ਦੇ ਨਾਲ ਜਦੋਂ ਉਹਨਾਂ ਦੀ ਕੋਸ਼ਿਸ਼ਾਂ ਫੇਲ ਹੋ ਗਈਆਂ, ਹੁਣ ਉਹਨਾਂ ਕੋਲ ਲਾਸਟ ਆਹੀ ਚੀਜ਼ ਬਚੀ ਸੀ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਕਰੋ, ਕਿਉਂਕਿ ਯੂਥ ਕਦੇ ਵੀ ਨਹੀਂ ਸੁਣ ਸਕਦਾ ਆਪਣੇ ਬਜ਼ੁਰਗਾਂ ਬਾਰੇ, ਔਰ ਇਸ ਤਰੀਕੇ ਨਾਲ ਬੋਲਣਾ। ਦੇਖੋ, ਉੱਥੇ ਜਾ ਕੇ ਜਿਵੇਂ ਹੁਣ ਰਹਿ ਰਹੇ ਆ, ਰਹਿਣ ਵਾਸਤੇ ਜਿਸ ਚੀਜ਼ਾਂ ਦੀ ਜ਼ਰੂਰਤ ਹੈ, ਸਾਡਾ ਜਿਸ ਤਰ੍ਹਾਂ ਇਤਿਹਾਸ ਹੈ ਨਾ, ਗੁਰੂ ਸਾਹਿਬ ਨੇ ਜਿਹੜੀ ਪਰੰਪਰਾ ਚਲਾਈ ਸੀ ਸਾਡੇ ਦੀ ਲੰਗਰ ਦੀ, ਉਸ ਕਰਕੇ ਸਾਡੇ ਸਾਰਿਆਂ 'ਚ ਸ਼ਰਧਾ ਬਹੁਤ ਹੈ ਪੰਜਾਬੀਆਂ ਦੇ ਵਿੱਚ। ਅਸੀਂ ਮਤਲਬ ਜਿਵੇਂ ਸਾਨੂੰ ਹਿੱਸਾ ਕੱਢਣਾ ਹੀ ਹੁੰਦਾ, ਦਸਵੰਧ ਕੱਢਣੀ ਹੁੰਦੀ ਅਸੀਂ ਆਪਣੀ ਕਮਾਈ ਦੇ ਵਿੱਚੋਂ, ਇਹ
ਸਾਡੇ ਅੰਦਰ ਹੈ, ਇਹ ਕੋਈ ਕੱਢ ਹੀ ਨਹੀਂ ਸਕਦਾ। ਜੇ ਸਾਡੇ ਤੇ ਜ਼ੁਲਮ ਵੀ ਹੋਊਗਾ ਅਸੀਂ ਤਾਂ ਵੀ ਨਹੀਂ ਛੱਡ ਸਕਦੇ, ਬਿਕੋਜ਼ ਇਹ ਸਾਡੇ ਡੀਪ ਰੂਟਡ ਹੈ ਅੰਦਰੋਂ ਇਹ ਚੀਜ਼। ਜੇ ਉਹਦੇ ਕਰਕੇ ਅਸੀਂ, ਕੁਝ ਲੋਕ ਸਾਡੇ ਲਈ ਸੰਘਰਸ਼ ਕਰ ਰਹੇ ਹਨ, ਕੁਝ ਲੋਕ ਉਹਨਾਂ ਦੇ ਲਈ ਸਾਰਾ ਇੰਤਜ਼ਾਮ ਕਰ ਰਹੇ ਹਨ, ਅਸੀਂ ਆਪਣੇ ਆਪਣੇ ਤਰੀਕੇ ਨਾਲ ਕੰਟਰੀਬਿਊਟ ਕਰ ਰਹੇ ਹਾਂ ਸੰਘਰਸ਼ ਦੇ ਵਿੱਚ। ਤੇ ਉਹਦੇ ਵਿੱਚ ਤੁਸੀਂ ਉਹਨਾਂ ਚੀਜ਼ਾਂ ਤੇ ਬੋਲੋ ਕਿ ਪਿਕਨਿਕ ਮਨਾ ਰਹੇ ਆ, ਜੇ ਸਵੇਰੇ ਉੱਠ ਕੇ ਕੋਈ ਚਾਹ ਪਾਣੀ ਪੀ ਰਹੇ ਆ, ਕੋਈ ਪਿੰਨੀਆਂ ਉਹਨਾਂ ਨੂੰ ਪਹੁੰਚ ਰਹੀਆਂ, ਕਿਸੇ ਤਰੀਕੇ ਦੀ ਚੀਜ਼ਾਂ ਪਹੁੰਚ ਰਹੀਆਂ, ਤੁਸੀਂ ਉਹਨੂੰ ਪਿਕਨਿਕ ਦਾ ਨਾਮ ਦਿਓਗੇ ਤਾਂ ਇਹ ਬਹੁਤ ਦੁਖਦਾਈ ਜਿਵੇਂ ਕਹਿ ਲਓ ਗੱਲ ਹੈ। ਔਰ ਉਹਨਾਂ ਦੇ ਲਈ ਸ਼ਰਮਨਾਕ ਗੱਲ ਵੀ ਹੈ ਜਿਹੜੇ ਲੋਕ ਇਹ ਕਮੈਂਟ ਕਰਦੇ ਆ। ਮੈਂ ਬਹੁਤ ਸਖਤ ਤੌਰ ਤੇ ਨਿਖੇਧੀ ਕਰਦੀ ਹਾਂ, ਔਰ ਮੈਂ ਇਹ ਵੀ ਕਹਿੰਦੀ ਹਾਂ ਕਿ ਅੱਜ ਜਿਹੜੇ ਬੰਦੇ ਲੋਕ ਇਹ ਗੱਲਾਂ ਬੋਲ ਰਹੇ ਆ, ਕੱਲ ਨੂੰ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਕਿੰਨੇ ਟਾਈਮ ਜ਼ਿਆਦਾ ਫੇਸ ਕਰਨੀਆਂ ਪੈਣਗੀਆਂ। ਦੈਨ ਵੇਅਰ ਵੁੱਡ ਦੇ ਗੋ। ਇੱਕ ਆਖਰੀ ਸਵਾਲ ਮੈਮ, ਉਹਨਾਂ ਲਈ ਵੀ ਕਦੀ ਇਹੋ ਜਿਹਾ ਸਿਚੁਏਸ਼ਨ ਹੈ, ਕਿਉਂਕਿ ਦੇਖੋ ਇਹ ਜਿਹੜੀ ਨੇਚਰ ਹੈ, ਇਹਦੇ ਵਿੱਚ ਜਿਹੜੀਆਂ ਜਿੰਨੀਆਂ ਵੀ ਚੀਜ਼ਾਂ ਹੁੰਦੀਆਂ ਨਾ, ਇਹ ਸਾਰਾ ਸਾਈਕਲ ਦੇ ਰੂਪ 'ਚ ਚੱਲਦਾ ਹੈ। ਇਹ ਕੁਦਰਤ ਦਾ ਚੱਕਰ ਹੈ। ਜਦੋਂ ਉਹਨਾਂ ਤੇ ਆਏਗਾ ਫਿਰ ਉਹ ਕਿਸ ਤਰ੍ਹਾਂ ਹੈਂਡਲ ਕਰਨਗੇ। ਸ਼ਾਇਦ ਉਹ ਭੁੱਲ ਗਏ ਹੈ ਕਿ ਉਹ ਇਨਵਿੰਸੀਬਲ ਹੈ, ਅੱਜ ਉਹਨਾਂ ਦੇ ਹੱਥ ਪਾਵਰ ਹੈ। ਇਹ ਪਾਵਰ ਤਾਂ ਸ਼ਿਫਟ ਹੁੰਦੀ ਹੈ, ਹਮੇਸ਼ਾ ਸ਼ਿਫਟ ਹੁੰਦੀ ਆਈ ਹੈ ਕੁਦਰਤ ਦੇ ਵਿੱਚ। ਆਪਾਂ ਨੂੰ ਵੱਡੇ ਇਹੋ ਜਿਹੇ ਲੋਕ ਵੀ ਪਤਾ ਜਿਹੜੇ ਥੋੜੇ ਟਾਈਮ ਲਈ ਆਏ, ਉਹ ਭੁੱਲ ਗਏ ਪਾਵਰ ਦੇ ਨਸ਼ੇ ਦੇ ਵਿੱਚ ਵੀ ਸ਼ਾਇਦ ਅਸੀਂ ਕਦੀ ਜਾਣਾ ਹੀ ਨਹੀਂ ਹੈ, ਪਰ ਉਹ ਕਿੰਨੇ ਬੁਰੇ ਤਰੀਕੇ ਦੇ ਨਾਲ ਖਦੇੜੇ ਗਏ। ਔਰ ਉਹਨੂੰ ਕਿਸੇ ਨੇ ਖਦੇੜਿਆ ਨਹੀਂ, ਕੁਦਰਤ ਨੇ ਹੀ ਉਹਨਾਂ ਦੀਆਂ ਟੈਂਡੈਂਸੀਜ਼ ਦੇ ਕਰਕੇ ਉਹਨਾਂ ਨੂੰ ਖਦੇੜ ਦਿੱਤਾ। ਤੇ ਅੱਜ ਇਹਨਾਂ ਨੂੰ ਹੋਸ਼ 'ਚ ਆਉਣਾ ਚਾਹੀਦਾ ਹੈ, ਇਸ ਤਰ੍ਹਾਂ ਕਿਸੇ ਤੇ ਜ਼ਬਰ ਨਾ ਕਰੋ। ਜਿਹੜਾ ਰਿਜ਼ਲਟ ਹੈ ਨਾ, ਉਹ ਚੰਗਾ ਨਹੀਂ ਹੋਣਾ। ਕਿਉਂਕਿ ਆਮ ਇਨਸਾਨ ਅਸੀਂ ਬੜੇ ਆਮ ਇਨਸਾਨ ਆ, ਅਸੀਂ ਕਿਸਾਨ ਵੀ ਨਹੀਂ, ਬਟ ਅਸੀਂ ਕੰਜ਼ਿਊਮਰ ਉਹਨਾਂ ਦੇ ਨਾਲ ਆ, ਜਾਂ ਕਹਿ ਲਓ ਵੀ ਇਹੋ ਜਿਹੀ ਸੋਚ ਰੱਖਦੇ ਹਾਂ ਜਿਹਦੇ ਨਾਲ ਅਸੀਂ ਬਾਇਸਡ ਨਹੀਂ ਆ। ਅਸੀਂ ਇੱਕ ਹੈਲਦੀ ਥਿੰਕਿੰਗ ਦੇ ਨਾਲ ਸਾਰਿਆਂ ਨੂੰ ਦੇਖ ਸਕਦੇ ਹਾਂ, ਤੇ ਉਹਦੇ ਵਿੱਚ ਸਾਨੂੰ ਇਹ ਗਲਤ ਲੱਗ ਰਹੀਆਂ ਇਹਨਾਂ ਦੀਆਂ ਚੀਜ਼ਾਂ। ਇਹਨਾਂ ਨੂੰ ਸੋਚਣਾ ਚਾਹੀਦਾ। ਇੱਕ ਆਖਰੀ ਸਵਾਲ ਮੈਮ, ਕਿ 26 ਤਰੀਕ ਨੂੰ ਜਿਹੜੀ ਹੈ ਕਿਸਾਨ ਯੂਨੀਅਨ ਦੇ ਆਗੂਆਂ ਨੇ ਇੱਕ ਰੈਲੀ, ਇੱਕ ਮਾਰਚ ਅਨਾਉਂਸ ਕੀਤੀ ਹੈ ਕਿ ਦਿੱਲੀ ਅਸੀਂ ਐਂਟਰ ਹੋਵਾਂਗੇ, ਲੱਖਾਂ ਟਰੈਕਟਰ ਟਰਾਲੀਜ਼ ਲੈ ਕੇ ਮਾਰਚ ਕੱਢਾਂਗੇ ਦਿੱਲੀ ਦੇ ਵਿੱਚ। ਪਰ ਉੱਥੇ ਇੱਕ ਮਤਭੇਦ ਜਿਹੜਾ ਕਿ ਕਾਫੀ ਅੱਜ ਕੱਲ੍ਹ ਲੋਕਾਂ ਦੇ ਵਿੱਚ ਪਹੁੰਚ ਚੁੱਕਿਆ, ਉਹ ਇਹ ਹੈ ਕਿ ਉਹ ਕਹਿੰਦੇ ਨੇ ਵੀ ਕੁਝ ਆਗੂ ਕਹਿ ਰਹੇ ਨੇ ਕਿ ਅਸੀਂ ਜਿਹੜਾ ਕੇਸਰੀ ਝੰਡੇ ਲਾ ਕੇ ਟਰੈਕਟਰਾਂ ਤੇ ਜਾਵਾਂਗੇ। ਦੂਜੇ ਪਾਸੇ ਜਿਹੜਾ ਦੂਜਾ ਇੱਕ ਜੱਥਾ ਹੈ, ਉਹ ਕਹਿ ਰਿਹਾ ਕਿ ਅਸੀਂ ਤਿਰੰਗਾ ਲਾ ਕੇ ਆਪਾਂ ਨੂੰ ਜਾਣਾ ਚਾਹੀਦਾ, ਦੇਸ਼ ਦਾ ਝੰਡਾ ਲਾ ਕੇ ਜਾਣਾ ਚਾਹੀਦਾ। ਕੀ ਵਿਚਾਰ ਰੱਖਦੇ ਹੋ ਇਸ ਬਾਰੇ? ਇਹਦੇ ਬਾਰੇ ਤਾਂ ਮੈਂ ਇੱਕੋ ਹੀ ਗੱਲ ਕਹੂੰਗੀ ਕਿ ਜਿੰਨਾ ਕਿ ਕੱਲ ਮੈਂ ਮੀਟਿੰਗ ਦੇ ਕਿਸਾਨ ਆਗੂਆਂ ਦੀ ਲੇਟੈਸਟ ਮੀਟਿੰਗ ਉਹਦੇ ਵਿੱਚ ਸੁਣਿਆ ਸੀ, ਉਹਦੇ ਵਿੱਚ ਉਹਨਾਂ ਨੇ ਕੇਸਰੀ ਝੰਡਾ ਤਾਂ ਕਿਸੇ ਨੇ ਨਹੀਂ ਕਿਹਾ। ਇਹ ਹੋ ਸਕਦਾ ਕਈ ਲੋਕਾਂ ਦਾ ਆਪਣਾ ਪਰਸਨਲ ਹੋਏ, ਕਿਉਂਕਿ ਅਸੀਂ ਸਾਡਾ ਵਿਸ਼ਵਾਸ ਹੈ ਬਹੁਤ ਜ਼ਿਆਦਾ, ਹੈ ਨਾ, ਸਭ ਉਹਦੇ ਨਾਲ ਜਿਵੇਂ ਗੁਰੂ ਸਾਹਿਬ ਤੋਂ ਸਾਨੂੰ ਸ਼ਕਤੀ ਮਿਲਦੀ ਹੈ। ਹੋ ਸਕਦਾ ਕਿਸੇ ਆਪਣਾ ਕਈਆਂ ਦਾ ਪਰਸਨਲ ਵਿਊ ਹੋਵੇ, ਬਟ ਕਿਸਾਨ ਆਗੂਆਂ ਨੇ ਜਿਹੜੀ ਚੀਜ਼ ਕਹੀ ਹੈ, ਜੋ ਮੈਂ ਸੁਣੀ ਹੈ, ਉਹ ਇਹ ਹੈ ਕਿ ਅਸੀਂ ਕਿਸਾਨੀ ਝੰਡੇ ਤੇ ਨਾਲ ਤਿਰੰਗਾ ਝੰਡਾ, ਕਿਉਂਕਿ ਅਸੀਂ ਭਾਰਤ ਦਾ ਹੀ ਪਾਰਟ ਆ ਨਾ, ਅਸੀਂ ਭਾਰਤ ਦੇ ਵਿੱਚ ਹੀ ਸਾਡੇ ਤੇ ਗਲਤ ਹੋ ਰਿਹਾ, ਕੋਈ ਗਲਤ ਲਾਜ਼ ਬਣੇ, ਅਸੀਂ ਉਹਨਾਂ ਨੂੰ ਅਪੋਜ਼ ਕਰ ਰਹੇ ਹਾਂ। ਅਸੀਂ ਇੰਡੀਆ ਦਾ ਸਾਡੇ ਤੋਂ ਸਭ ਤੋਂ ਪਹਿਲਾਂ ਨਾ, ਵੀ ਆਰ ਇੰਡੀਅਨਸ, ਐਂਡ ਇਹ ਵੀ ਸਾਡਾ ਰਾਈਟ ਹੈ ਕਿ ਅਸੀਂ ਪ੍ਰੋਟੈਸਟ ਕਰੀਏ ਜੇ ਸਾਡੇ ਤੇ ਕਿਸੇ ਤਰੀਕੇ ਦੇ ਨਾਲ ਕੋਈ ਜਿਵੇਂ ਕਹਿ ਲਓ ਆਪਾਂ ਜ਼ਬਰਦਸਤੀ ਕੋਈ ਲਾਅ ਸਾਡੇ ਤੇ ਇੰਪੋਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਹੁਤ ਬਹੁਤ ਸ਼ੁਕਰੀਆ ਮੈਮ, ਟਾਈਮ ਕੱਢਣ ਵਾਸਤੇ, ਵਿਚਾਰ ਸਾਂਝੇ ਕਰਨ ਵਾਸਤੇ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ। ਕੀ ਨਾਂ ਜੀ ਤੇ ਕਿਹੜੇ ਪਿੰਡੋਂ ਆਏ? ਨਹੀਂ, ਮੇਰਾ ਨਾਮ ਅਰਸ਼ਜੋਤ ਸਿੰਘ ਹੈ, ਮੈਂ ਚੰਡੀਗੜ੍ਹ ਤੋਂ ਹੀ ਹਾਂ। ਹਾਂਜੀ, ਕਿਸਾਨੀ ਸੰਘਰਸ਼ ਬਾਰੇ ਜੀ ਲੋਕਾਂ ਦੇ ਵਿਚਾਰ ਲੈ ਰਹੇ ਹਾਂ ਆਪਾਂ। ਲੇਟੈਸਟ ਘਟਨਾਵਾਂ ਦੇ ਵਿੱਚ ਪੰਜਾਬ ਪੁਲਿਸ ਨੇ, ਆਪਾਂ ਹਰਿਆਣਾ ਪੁਲਿਸ ਦੇ ਸੁਣਦੇ ਸੀ, ਆਪਾਂ ਖੱਟਰ ਨੂੰ ਬਹੁਤ ਗੱਲਾਂ ਕੀਤੀਆਂ, ਉਹਨਾਂ ਨੇ ਲਾਠੀ ਚਾਰਜ ਕਰਵਾਇਆ, ਉਹਨਾਂ ਨੇ ਸੜਕਾਂ ਪੁੱਟੀਆਂ, ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ। ਪਰ ਹੁਣ ਪੰਜਾਬ ਪੁਲਿਸ, ਕੈਪਟਨ ਸਰਕਾਰ, ਕਾਂਗਰਸ ਸਰਕਾਰ ਜਿਹੜੀ ਹੈ ਲਾਠੀ ਚਾਰਜ ਕਰਦੀ ਹੈ ਕਿਸਾਨਾਂ ਉੱਤੇ, ਜਦੋਂ ਉਹ ਜਿਹੜੀ ਹੈ ਬੀਜੇਪੀ ਰੈਲੀ ਲੁਧਿਆਣੇ ਜਿਹੜੀ ਹੈ ਰੋਕਣ ਦੀ ਕੋਸ਼ਿਸ਼ ਕਰਦੇ ਨੇ, ਉਹਨੂੰ ਘੇਰਨ ਦੀ ਇਸ ਕੋਸ਼ਿਸ਼। ਬਾਰੇ ਤਾਂ ਪਤਾ ਨਹੀਂ ਜੀ ਮੈਨੂੰ ਲੁਧਿਆਣੇ ਦੇ ਬਾਰੇ, ਪਰ ਜੋ ਮੈਂ ਅਪਡੇਟ ਲੈ ਰਿਹਾ ਰੋਜ਼ ਮੈਂ ਦੇਖਦਾ ਕਿ ਜੀ ਇਹ ਚੀਜ਼ਾਂ ਜੋ ਅਤਿਆਚਾਰ ਹੋ ਰਿਹਾ, ਮੈਂ ਹੁਣ ਵੇਖਿਆ ਕਿ ਰਾਤੋਂ ਰਾਤ ਕਿਸਾਨਾਂ ਦੇ ਉੱਪਰ ਜਿਹੜੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਤੇ ਜਦੋਂ ਧਰਤੀ ਡਿੱਗਦੇ ਸੀਗੇ ਉਹ ਬੰਬ ਵਾਂਗੂ ਡਿੱਗਦੇ ਸੀ, ਜੋ ਕਿ ਮੈਂ ਘਾਣ ਹੈ। ਮਤਲਬ ਜੋ ਜਨਰਲ ਡਾਇਰ ਦਾ ਕੰਮ ਸੀਗਾ ਉਸ ਵੇਲੇ, ਤਾਂ ਉਸ ਤੋਂ ਵੀ ਮਾੜਾ ਘਾਣ ਕੀਤਾ ਗਿਆ, ਜੋ ਕਿ ਜੋ ਅੰਨਦਾਤਾ ਉਹਨੂੰ ਜਿਹੜਾ ਰੋਟੀ ਦੇ ਰਿਹਾ ਸਾਨੂੰ, ਮੈਂ ਹੁਣ ਖਾ ਕੇ ਆਇਆ, ਇਹ ਉਹਨਾਂ ਦੀ ਦੇਣ ਹੈ। ਤੇ ਜੇ ਉਹਨਾਂ ਦੇ ਅਤਿਆਚਾਰ ਹੋਵੇ ਤੇ ਜੇ ਕਿਸਾਨ ਖਤਮ ਹੈ ਤੇ ਕਾਰੋਬਾਰ ਖਤਮ ਹੈ। ਰਾਜਸਥਾਨ ਬਾਰਡਰ ਦੀ ਇਹ ਗੱਲ ਹੈ ਜਿੱਥੇ ਗੋਲਾਬਾਰੀ ਕੀਤੀ ਗਈ, ਕਾਫੀ ਭਾਰੀ ਗੋਲਾਬਾਰੀ ਜਿਹੜੀ ਆਸੂ ਗੈਸ ਕੀਤੀ ਗਈ। ਕੀ ਸੱਚਮੁੱਚ ਜਿਹੜਾ ਜਿਵੇਂ ਗੋਦੀ ਮੀਡੀਆ ਵਿਖਾ ਰਿਹਾ ਕਿ ਆਤੰਕਵਾਦੀ ਨੇ, ਕਿ ਮੋਦੀ ਸਰਕਾਰ ਹੁਣ ਬਿਲਕੁਲ ਤਾਨਾਸ਼ਾਹੀ ਤੇ ਆ ਚੁੱਕੀ ਹੈ? ਉਹਨੂੰ ਨਹੀਂ ਪਤਾ ਲੱਗਦਾ ਕਿ ਇਸੇ ਦੇਸ਼ ਦੇ ਜਿਹੜੇ ਵਸਨੀਕ ਨੇ, ਇੱਥੋਂ ਦੇ ਲੋਕ ਨੇ। ਦੇਖੋ ਜੀ, ਉਹ ਕੁਝ ਦਿਨ ਪਹਿਲਾਂ ਇਹੀ ਬੀਜੇਪੀ ਸਰਕਾਰ ਇਹਨਾਂ ਦਾ ਲੰਗਰ ਖਾ ਕੇ ਗਈ, ਲੰਗਰ ਬਹਿ ਕੇ ਉਹਨਾਂ ਨੇ ਸ਼ੁਕਰਾਨਾ ਕੀਤਾ ਕਿ ਉਹ ਤਾਨਾਸ਼ਾਹ ਜਿਹੜੇ ਉਹ ਜਿਹਨਾਂ ਨੂੰ ਉਗਰਵਾਦੀ ਕਹਿੰਦੇ ਆ, ਕਿ ਉਹ ਹੁਣ ਆਪ ਉਗਰਵਾਦੀ ਨਹੀਂ ਬਣ ਗਏ, ਕਿ ਉਹ ਵੀ ਵਿੱਚ ਸ਼ਾਮਲ ਹੋ। ਕਿ ਇਹ ਗੋਦੀ ਮੀਡੀਆ ਕਹੂਗਾ ਕਿ ਹਾਂ ਵੀ ਹੁਣ ਉਹ ਜਿਹੜੇ ਹੁਣ ਆਪਣੇ ਮੋਦੀ ਸਾਹਿਬ ਉੱਥੇ ਉਹਨਾਂ ਦੇ ਮੈਂਬਰ
ਮੈਂਬਰ ਰੋਟੀ ਖਾ ਕੇ ਲੰਗਰ ਛਕ ਕੇ ਆਏ ਆ ਤੇ ਸ਼ੁਕਰਾਨਾ ਕਰਕੇ ਆਏ ਹਨ। ਅੱਜ ਦੇ ਦਿਨ ਕੱਲ ਰਾਤੀ ਉਹਨਾਂ ਨੇ ਫਿਰ ਅਟੈਕ ਕਰਵਾਇਆ। ਮਤਲਬ ਕੀ ਹੈ ਵੀ ਡਰੀ ਹੋਈ ਹੈ ਸਰਕਾਰ। ਮਤਲਬ ਉਹਨਾਂ ਨੂੰ ਪਤਾ, ਸਭ ਨੂੰ ਪਤਾ ਲੱਗ ਗਿਆ ਕਿ ਇਹ ਗਲਤ ਕੰਮ ਹੋਇਆ। ਈਵਨ ਖੱਟਰ ਵੀ ਮੰਨ ਗਏ ਕਿ ਹਾਂ ਵੀ ਕਿਤੇ ਨਾ ਕਿਤੇ ਇਹ ਗਲਤ ਹੋ ਰਿਹਾ। ਇੱਕ ਪਾਸੋਂ ਤਰੀਕਾਂ ਦਿੱਤੀਆਂ ਜਾ ਰਹੀਆਂ, 4 ਤਰੀਕ ਅੱਜ ਵੀ ਮੀਟਿੰਗ ਹੈ ਹਾਂਜੀ। ਤੇ ਇੱਕ ਪਾਸੋਂ ਦੂਜੇ ਪਾਸੇ ਜਿਹੜਾ ਆ ਇਦਾਂ ਦੇ ਤਾਨੇ ਮਾਰੇ ਜਾ ਰਹੇ ਆ, ਇਦਾਂ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ ਕਿਸਾਨਾਂ ਨੂੰ। ਇਹ ਦੋਹਰੀ ਨੀਤੀ ਇਹ ਕੀ ਸਾਬਤ ਕਰਦੀ ਹੈ? ਕੀ ਵਿਚਾਰ ਨੇ ਬੀਜੇਪੀ ਦੇ ਇਸ ਟਾਈਮ, ਕੀ ਸੋਚ ਹੈ? ਇਹ ਬਖਲਾਈ ਹੋਈ ਹੈ ਜੀ। ਦੋਹਰੀ ਨੀਤੀ ਦਾ ਮਤਲਬ ਇਹ ਹੈ ਨਾ ਇੱਧਰ ਨਾ ਉੱਧਰ। ਇੱਕ ਦੋਹਰੀ ਮਤਲਬ ਦੋ। ਇੱਕ ਨੀਤੀ ਦਾ ਮਤਲਬ ਹੈ ਕਿ ਹਾਂ ਵੀ ਸਟੈਂਡ ਕਰਦੇ ਆ ਕਿ ਹਾਂ ਵੀ ਤੁਸੀਂ ਤੁਹਾਡਾ ਸੰਘਰਸ਼ ਹੈ, ਤੁਹਾਡਾ ਜੋ ਮਾਣ ਅਸੀਂ ਰੱਖਦੇ ਵਾਪਸ ਲੈਂਦੇ ਆ, ਜੋ ਤੁਸੀਂ ਕਹੋ ਅਸੀਂ ਪੂਰਾ ਕਰਦੇ ਆ। ਇਹ ਚੀਜ਼ ਹੈ, ਦੋਹਰੀ ਨੀਤੀ ਕਰਨੀ ਨਹੀਂ ਚਾਹੀਦੀ। ਆਤੰਕਵਾਦੀ ਕਹਿਣਾ, ਫਿਰ ਉਹਨਾਂ ਦੇ ਨਾਲ ਮੀਟਿੰਗਾਂ ਵੀ ਕਰਨੀਆਂ, ਆਤੰਕਵਾਦੀਆਂ ਨਾਲ ਮੀਟਿੰਗਾਂ ਕਰਨੀਆਂ, ਉਹਨਾਂ ਦੀਆਂ ਮੰਗਾਂ ਸੁਣਨ ਨੂੰ ਮੰਨਣ ਨੂੰ ਤਿਆਰ ਹੋਣਾ। ਬੀਜੇਪੀ ਸਰਕਾਰ ਕੀ ਖੁਦ ਵੀ ਆਤੰਕਵਾਦੀਆਂ ਨਾਲ ਸਾਂਝ ਪਾਉਂਦੀ ਹੈ? ਦੇਖੋ ਜੀ, ਜਿਹੜੇ ਆਤੰਕਵਾਦੀ ਜਿਨ੍ਹਾਂ ਨੂੰ ਕਿਹਾ ਗਿਆ ਉਹ ਕਿਸਾਨ ਆ, ਠੀਕ ਆ। ਉਹਨਾਂ ਦੇ ਮੁੰਡੇ ਬਾਰਡਰ ਦੇ ਵਿੱਚ ਆਤੰਕਵਾਦੀਆਂ ਨਾਲ ਲੜ ਰਹੇ ਨੇ, ਠੀਕ ਹੈ। ਕਹਿੰਦੇ ਜੇ ਅਸੀਂ ਉਹ ਛੱਡ ਕੇ ਆ ਗਏ, ਅਸੀਂ ਵਰਦੀ ਪਾਈ ਹੈ, ਅਸੀਂ ਦੇਸ਼ ਭਗਤ ਹੈ, ਜੇ ਵਰਦੀ ਲਾ ਕੇ ਕਿਸਾਨ ਨਾਲ ਖੜੇ ਹੋ ਗਏ ਤਾਂ ਅਸੀਂ ਵੀ ਆਤੰਕਵਾਦੀ ਹੋ ਗਏ। ਮਤਲਬ ਇਹ ਗੱਲਾਂ ਸਰਕਾਰ ਨੂੰ ਸੋਚਣੀਆਂ ਨਹੀਂ ਚਾਹੀਦੀਆਂ। ਮਤਲਬ ਜਿੱਥੇ ਇਹ ਲੱਗਦਾ ਹੈ ਕਿ ਇਹ ਗੱਲਾਂ ਹੋ ਰਹੀਆਂ ਨੇ ਨਾ, ਇਹ ਸਰਕਾਰ ਕਿਸੇ ਪਾਸੇ ਡਰੀ ਪਈ ਹੈ, ਉਹ ਮੰਨੀ ਪਈ ਹੈ ਕਿ ਹਾਂ ਵੀ ਸਾਡੇ ਤੋਂ ਗਲਤ ਕਦਮ ਚੁੱਕਿਆ ਗਿਆ। 26 ਤਰੀਕ ਨੂੰ ਰੈਲੀ ਹੈ, ਉਹਦੇ ਵਿੱਚ ਇੱਕ ਕਿਸਾਨ ਜਥੇਬੰਦੀਆਂ ਦੇ ਕੁਝ ਤਬਕਾ ਇਹ ਕਹਿ ਰਿਹਾ ਕਿ ਅਸੀਂ ਜਿਹੜਾ ਆ ਕੇਸਰੀ ਝੰਡੇ ਲਾ ਕੇ ਉਸ ਮਾਰਚ ਤੇ ਦਿੱਲੀ ਜਾਵਾਂਗੇ 26 ਤਰੀਕ ਨੂੰ, 26 ਜਨਵਰੀ ਨੂੰ। ਦੂਜਾ ਜਿਹੜਾ ਜੱਥਾ ਹੈ ਉਹ ਇਹ ਕਹਿ ਰਿਹਾ ਕਿ ਅਸੀਂ ਤਿਰੰਗਾ ਝੰਡਾ ਸਾਨੂੰ ਲਾ ਕੇ ਜਾਣਾ ਚਾਹੀਦਾ। ਕੀ ਵਿਚਾਰ ਰੱਖਦੇ ਹੋ ਜੀ? ਦੇਖੋ, ਇਹ ਤਿਰੰਗਾ ਝੰਡਾ ਇੱਕ ਆਜ਼ਾਦੀ ਦਾ ਚਿੰਨ੍ਹ ਹੈ, ਜਿੱਥੇ ਆਪਣੇ ਜਵਾਨਾਂ ਨੇ, ਖਾਸ ਕਰ ਪੰਜਾਬ ਦੇ ਜਿੰਨੇ ਹੋਰ ਵੀ ਸੂਬੇ ਜਵਾਨਾਂ ਨੂੰ, ਉਹਨਾਂ ਨੇ ਆਪਣਾ ਖੂਨ ਰੋੜਿਆ। ਜਿੱਦਾਂ ਭਗਤ ਸਿੰਘ ਹੋ ਗਏ, ਹੋਰਾਂ ਨੇ, ਉਹਨਾਂ ਸਾਥੀਆਂ ਨੇ ਖੂਨ ਰੋੜਿਆ, ਇਹ ਤਿਰੰਗੇ ਦਾ ਝੰਡਾ ਉੱਪਰ ਕੀਤਾ। ਤੇ ਇਹ ਝੰਡਾ ਨਾਲ ਲੈ ਕੇ ਜਾਣਗੇ, ਮਤਲਬ ਉਹਨਾਂ ਨੂੰ ਪਤਾ ਹੋਏਗਾ ਕਿ ਇਹ ਝੰਡੇ ਦੇ ਨਾਲ ਵੀ ਇਹਦੇ ਨਾਲ ਕਿਸਾਨੀ ਝੰਡਾ ਹੋਏਗਾ ਤੇ ਹੋਰ ਜੋਸ਼ ਵਧੇਗਾ। ਹਾਂਜੀ। ਤੇ ਹਰਜੀਤ ਗਰੇਵਾਲ ਜਿਹੜੇ ਕਿ ਬੀਜੇਪੀ ਪ੍ਰਵਕਤਾ ਨੇ ਪੰਜਾਬ ਦੇ ਵਿੱਚੋਂ, ਲਗਾਤਾਰ ਜਿਹੜੇ ਕਿਸਾਨਾਂ ਖਿਲਾਫ, ਕਿਸਾਨੀ ਸੰਘਰਸ਼ ਦੇ ਖਿਲਾਫ ਬਿਆਨਬਾਜ਼ੀ ਕਰ ਰਹੇ ਨੇ। ਹਾਲੇ ਤੱਕ ਬਿੱਲਾਂ ਦੇ ਫਾਇਦੇ ਗਿਣਾ ਰਹੇ ਨੇ। ਕੀ ਲੱਗਦਾ ਹੈ ਉਹਨਾਂ ਨੂੰ, ਕੀ ਅਪਰੋਚ ਹੈ? ਜਦ ਕਿ ਉਹਨਾਂ ਦੇ ਖੁਦ ਦੇ ਆਪਣੇ ਪਿੰਡ ਨੇ ਉਹਨਾਂ ਨੂੰ ਬਾਇਕਾਟ ਕੀਤਾ ਹੋਇਆ, ਫਿਰ ਵੀ ਉਹਨਾਂ ਦਾ ਸਟੈਂਡ ਪੱਕਾ ਹੈ। ਕੀ ਸਮਝ ਰੱਖਦੇ ਹੋ, ਕੀ ਵਿਚਾਰ ਰੱਖਦੇ ਹੋ ਉਹਨਾਂ ਬਾਰੇ? ਦੇਖੋ ਜੀ, ਉਹਨਾਂ ਬਾਰੇ ਵਿਚਾਰ ਤਾਂ ਇੱਕੋ ਹੀ ਹੈ ਕਿ ਜਿਹੜਾ ਆਪਣੇ ਧਰਤੀ ਦਾ, ਆਪਣੀ ਮਿੱਟੀ ਦਾ ਨਹੀਂ ਹੋ ਸਕਿਆ ਨਾ ਜੀ, ਜਿਹੜਾ ਉਹ ਖੁਦ ਕਿਸਾਨ ਹੈ, ਕਿਸਾਨ ਦੀ ਜਿਹੜੀ ਦਰਦ ਨਹੀਂ ਸਮਝ ਸਕਦਾ ਜੀ। ਮਤਲਬ ਉਹ ਇਹ ਗੱਲਾਂ ਗਲਤ ਨੇ। ਮਤਲਬ ਇਹ ਗੱਲਾਂ, ਮਤਲਬ ਸਾਰਾ ਪਿੰਡ ਜੀ, ਸਾਰਾ ਪੰਜਾਬ ਛੱਡੋ ਜੀ, ਮੈਂ ਕਹਿੰਦਾ ਬਾਹਰਲੇ ਸੂਬੇ, ਕਿੰਨੇ ਬਾਹਰਲੇ ਰਾਸ਼ਟਰਪਤੀ ਤਾਂ ਕਹਿਤਾ ਕਿ ਜੇ ਵਾਪਸ ਕਾਨੂੰਨ ਨਾ ਲਿੱਤਾ ਗਿਆ ਤਾਂ ਆਪਣੇ ਪ੍ਰਧਾਨ ਮੰਤਰੀ ਨੂੰ ਉੱਥੋਂ ਵੜਨ ਨਹੀਂ ਦਿੱਤਾ। ਇਹ ਕਿੰਨੀ ਸ਼ਰਮਨਾਕ ਵਾਲੀ ਗੱਲ ਹੈ। ਪ੍ਰਧਾਨ ਮੰਤਰੀ ਜੋ ਵੀ ਇਸ ਦੇਸ਼ ਦਾ ਇੱਕ ਨਾਗਰਿਕ ਆ, ਪਰ ਉਹਨੂੰ ਚੰਗਾ ਸੋਚਣਾ ਚਾਹੀਦਾ। ਉਹਨੂੰ ਇਹ ਨਹੀਂ ਕਿ ਅਸੀਂ ਮਾੜਾ ਬੰਦਾ ਕਹਿੰਦੇ, ਉਹਨੂੰ ਚੰਗਾ ਇਨਸਾਨ ਹੈ, ਪਰ ਸੋਚ ਚੰਗੀ ਰੱਖਣੀ ਚਾਹੀਦੀ ਹੈ। ਤੇ ਉਸ ਬੰਦੇ ਜਿਹੜੇ ਤੁਸੀਂ ਆਪਾਂ ਗਰੇਵਾਲ ਦੀ ਗੱਲ ਕਰ ਰਹੇ ਹਾਂ, ਉੱਥੇ ਤਾਂ ਮੈਂ ਬਾਇਕਾਟ ਕੀਤਾ ਗਿਆ ਉਹਦੀ, ਤੇ ਉੱਥੇ ਕੋਈ ਵੀ ਉਸ ਨੂੰ ਆਖਿਆ ਗਿਆ ਕਿ ਵੀ ਇੱਥੇ ਇਹਦੀ ਧਰਤੀ ਨੂੰ ਕੋਈ ਵਾਏਗਾ ਨਹੀਂ, ਖੇਤੀ ਨਹੀਂ ਕਰੇਗਾ। ਜੋ ਕਰੇਗਾ ਆਪਾਂ ਉਸ ਤੋਂ ਉਹਦਾ ਵੀ ਵਿਰੋਧ ਕਰਾਂਗੇ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਜੀ ਵਿਚਾਰ ਸਾਂਝੇ ਕਰਨ ਵਾਸਤੇ, ਜੁੜਨ ਵਾਸਤੇ ਧੰਨਵਾਦ। ਸੋ ਕਿਸਾਨੀ ਸੰਘਰਸ਼ ਨਾਲ ਜੁੜੀਆਂ ਹੋਰ ਲੇਟੈਸਟ ਖਬਰਾਂ ਤੇ ਜਾਣਕਾਰੀ ਜਾਣਨ ਵਾਸਤੇ ਸਾਡੇ ਨਾਲ ਜੁੜੇ ਰਹੋ। ਹਨੀ ਵਾਲੀਆ ਸ਼ੋਜ਼ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ। ਤੁਹਾਡੇ ਸੁਝਾਅ ਅਤੇ ਵਿਚਾਰ ਸਾਡੇ ਲਈ ਬਹੁਤ ਮਹੱਤਵਪੂਰਨ ਨੇ। ਆਪਣੇ ਸੁਝਾਅ ਵੀ ਦਿਓ, ਲਾਈਕ ਕਮੈਂਟ ਕਰੋ। ਹਨੀ ਵਾਲੀਆ ਸ਼ੋਜ਼ ਨੂੰ ਪਿਆਰ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ।